Hello everyone and welcome to Maluka IAS YouTube channel for our today's discussion on some important topics from the recent current affairs. Guys, as we all know that now we are officially into 2023. The year is going to be very decisive for all of you guys because many of you are going to encounter Punjab PCS for the first time because ਇਹ ਤਾਂ ਸ਼ੋਰ ਆ ਕਿ 2023 ਦੇ ਵਿੱਚ PCS ਐਗਜ਼ਾਮ ਕੰਡਕਟ ਕੀਤਾ ਜਾਣਾ, ਠੀਕ ਹੈ ਜੀ। ਤੇ ਕੁਝ ਬੱਚੇ ਤੁਹਾਡੇ ਜੋ ਨੇ ਜਿਨ੍ਹਾਂ ਨੇ ਪਹਿਲਾਂ ਇਸ ਤੋਂ ਪਹਿਲਾਂ PCS ਦਾ ਅਟੈਂਪਟ ਦਿੱਤਾ ਹੋਣਾ ਜਾਂ ਕੋਈ ਹੋਰ ਜਿਹੜੇ ਇਹਦੇ ਰਿਲੇਟਡ ਐਗਜ਼ਾਮਸ ਨੇ ਸਟੇਟ ਲੈਵਲ ਦੇ ਉਹਨਾਂ ਨੇ ਦੇ ਰੱਖੇ ਹੋਣੇ ਨੇ। ਬਟ ਕਿਉਂਕਿ 2023 ਦੇ ਵਿੱਚ PCS ਸ਼ੋਰ ਹੈ ਕਿ ਪੇਪਰ ਹੋਣਾ, ਸੋ ਇਹ ਤੁਹਾਡੇ ਲਈ ਬਹੁਤ ਇੰਪੋਰਟੈਂਟ ਈਅਰ ਹੋਣ ਵਾਲਾ। ਸੋ ਹੁਣ ਟਾਈਮ ਨਹੀਂ ਹੈ ਵੀ ਅਸੀਂ ਢਿੱਲੇ ਹੋਈਏ, ਸਾਨੂੰ ਲੋੜ ਹੈ ਆਪਣੀ ਤਿਆਰੀ ਨੂੰ ਪ੍ਰੋਪਰਲੀ ਕਰਨ ਦੀ, ਆਪਣੀ ਸਟੱਡੀ ਨੂੰ, ਆਪਣੀ ਪ੍ਰੈਪਰੇਸ਼ਨ ਨੂੰ ਇੱਕ ਡੈਡੀਕੇਟਡ ਟਾਈਮ ਦੇਣ ਦੀ, ਇੱਕ ਪ੍ਰੋਪਰ ਟਾਈਮ ਟੇਬਲ ਬਣਾ ਕੇ ਉਹਨੂੰ ਫੋਲੋ ਕਰਨ ਦੀ, ਸੋ ਦੈਟ ਜਦੋਂ ਤੱਕ ਐਗਜ਼ਾਮ ਦੀ ਨੋਟੀਫਿਕੇਸ਼ਨ ਆਵੇ, ਜਦੋਂ ਤੱਕ ਐਗਜ਼ਾਮ ਹੋਵੇ ਤਾਂ ਸਾਡੀ ਤਿਆਰੀ ਉਦੋਂ ਤੱਕ ਵਧੀਆ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਸੋ ਬੈਸਟ ਵਿਸ਼ੇਸ ਟੂ ਆਲ ਆਫ ਯੂ ਐਂਡ ਮੇਕ ਸ਼ੋਰ ਕਿ ਹੁਣ ਤੁਸੀਂ ਆਪਣੀ ਸਟੱਡੀ ਨਾਲ, ਆਪਣੀ ਪ੍ਰੈਪਰੇਸ਼ਨ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਾ ਕਰੋ। ਪ੍ਰੋਪਰ ਇੱਕ ਟਾਈਮ ਟੇਬਲ ਬਣਾ ਕੇ ਡੈਡੀਕੇਟਡ ਵੇ ਦੇ ਨਾਲ ਆਪਣਾ ਟਾਈਮ ਆ ਜੋ ਉਹ ਫੋਕਸ ਉਹਨੂੰ ਯੂਟੀਲਾਈਜ਼ ਕਰੋ। ਇੱਕ ਆਪਣਾ ਕਹਿ ਲਓ ਆਪਣੇ ਮਨ ਨੂੰ ਫੋਕਸ ਰੱਖ ਕੇ, ਹੈ ਨਾ, ਵੀ ਆਪਣਾ ਜੋ ਟਾਰਗੇਟ ਹੈ ਉਹਦੇ 'ਤੇ ਧਿਆਨ ਰੱਖ ਕੇ ਆਪਣਾ ਬਾਕੀ ਚੀਜ਼ਾਂ ਤੋਂ ਧਿਆਨ ਹਟਾ ਕੇ ਆਪਣੀ ਪੜ੍ਹਾਈ ਵੱਲ ਹੋ ਜਾਓ ਬਿਕੋਜ਼ ਇਹ ਸਾਲ ਬਹੁਤ ਇੰਪੋਰਟੈਂਟ ਆ। ਪੇਪਰ ਇਹਦੇ 'ਚ ਹੋਣਾ, ਜਿੰਨੀ ਵਧੀਆ ਸਾਡੀ ਤਿਆਰੀ ਹੋਊ ਉਨੇ ਵਧੀਆ ਸਾਡੇ ਰਿਜ਼ਲਟਸ ਹੋਣਗੇ, ਠੀਕ ਹੈ ਜੀ। ਸੋ ਚਲੋ ਆਪਾਂ ਡਿਸਕਸ਼ਨ ਆਪਣੀ ਸਟਾਰਟ ਕਰਦੇ ਹਾਂ। ਬਿਫੋਰ ਦੈਟ ਜਿਵੇਂ ਆਪਾਂ ਪਹਿਲਾਂ ਵੀ ਤੁਹਾਨੂੰ ਜੋ ਸਾਡੀਆਂ ਕਰੰਟ ਅਫੇਅਰਸ ਦੀਆਂ ਕਲਾਸਿਸ ਹੋ ਰਹੀਆਂ ਨੇ ਜਾਂ ਉਸ ਤੋਂ ਪਹਿਲਾਂ ਪੰਜਾਬ ਜੀਕੇ ਦੀਆਂ ਕਲਾਸਿਸ ਹੁੰਦੀਆਂ ਸੀ, ਉਹਨਾਂ ਦੇ ਵਿੱਚੋਂ ਵੀਕਲੀ ਕੁਇਜ਼ ਤੁਹਾਡੇ ਲਈ ਪੋਸਟ ਕਰਦੇ ਸੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਪਰ। ਅੱਜ ਵੀ ਆਪਾਂ 5 ਕੁਐਸਚਨਸ ਤੁਹਾਡੇ ਲਈ ਜੋ ਪਿਛਲੇ ਵੀਕ ਦੇ ਵਿੱਚ ਸਾਡੇ ਜਾਂ ਕਹਿ ਲਓ 2022 ਦੇ ਜੋ ਲਾਸਟ ਵੀਕ ਦੇ ਵਿੱਚ ਅਸੀਂ ਕਰੰਟ ਅਫੇਅਰਸ ਕਵਰ ਕੀਤੇ ਨੇ, ਉਹਨਾਂ ਦੇ ਵਿੱਚੋਂ ਕੁਝ 5 ਇੰਪੋਰਟੈਂਟ ਕੁਐਸਚਨਸ ਤੁਹਾਡੇ ਲਈ ਪੋਸਟ ਕੀਤੇ ਗਏ ਨੇ ਸਾਡੇ ਮਲੂਕਾ IAS ਪੰਜਾਬ PCS ਟੈਲੀਗ੍ਰਾਮ ਚੈਨਲ 'ਤੇ। ਸੋ ਜ਼ਰੂਰ ਜਿਹੜੇ ਬੱਚਿਆਂ ਨੇ ਅਟੈਂਪਟ ਕੀਤੇ ਨੇ ਵੈਲ ਐਂਡ ਗੁੱਡ, ਕਾਫੀ ਬੱਚਿਆਂ ਨੇ ਅਟੈਂਪਟ ਕਰ ਚੁੱਕੇ ਨੇ ਉਹਨੂੰ, ਅਤੇ ਬਾਕੀਆਂ ਨੂੰ ਵੀ ਮੈਂ ਰਿਕੁਐਸਟ ਕਰਦਾ ਕਿ ਤੁਸੀਂ ਵੀ ਜ਼ਰੂਰ ਕਮੈਂਟ ਕੁਐਸਚਨਸ ਨੂੰ ਅਟੈਂਪਟ ਕਰੋ। ਚਲੋ ਵੀ ਵਿਲ ਸਟਾਰਟ ਵਿਦ ਆਰ ਫਸਟ ਟੋਪਿਕ ਫॉर ਟੂਡੇਜ਼ ਡਿਸਕਸ਼ਨ। ਦ ਟੋਪਿਕ ਇਜ਼ ਪ੍ਰਹਾਰੀ ਐਪ। Why in news? Because recently the Union Minister of India has unveiled Prahari app. It is going to be utilized by, going to be used by the soldiers or the jawans from border security force, ठीक है जी। ये BSF force ਆ ਜੋ ਸਾਡੀ BSF force ਆ, ਉਹਦੇ ਜੋ ਜਵਾਨ ਨੇ, ਜੋ ਸਾਡੇ ਸੋਲਜਰਸ ਨੇ, ਇਹ ਡੈਡੀਕੇਟਡਲੀ ਉਹਨਾਂ ਦੇ ਲਈ ਬਣਾਈ ਗਈ ਆ, ਉਹਨਾਂ ਨੇ ਹੀ ਇਹਨੂੰ ਯੂਜ਼ ਕਰਨਾ। ਕੁਛ ਉਹਨਾਂ ਦੇ ਲਈ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ। ਕਿਹੜੀਆਂ ਸਰਵਿਸਿਜ਼ ਨੇ ਜਾਂ ਕੀ ਫੀਚਰਸ ਆਫ ਦ ਐਪ ਕਹਿੰਦੇ ਅਸੀਂ? ਥਰੂ ਇਟ ਜਵਾਨਸ ਕੈਨ ਗੈਟ ਪਰਸਨਲ ਐਂਡ ਸਰਵਿਸ ਰਿਲੇਟਡ ਇਨਫੋਰਮੇਸ਼ਨ, ਠੀਕ ਹੈ ਜੀ। ਦੈਨ ਹਾਊਸਿੰਗ, ਆਯੁਸ਼ਮਾਨ, CAPF ਐਂਡ ਲੀਵ ਰਿਲੇਟਡ ਇਨਫੋਰਮੇਸ਼ਨ। ਇਹਨਾਂ ਦੇ ਉਹਨਾਂ ਦੀ ਸਰਵਿਸ ਦੇ ਰਿਗਾਰਡਿੰਗ, ਉਹਨਾਂ ਦੀ ਲੀਵ ਦੇ ਰਿਗਾਰਡਿੰਗ, ਜਾਂ ਆਯੁਸ਼ਮਾਨ ਜੋ CAPF, ਜਿਵੇਂ ਆਯੁਸ਼ਮਾਨ ਭਾਰਤ ਸਾਡੀ ਇੱਕ ਨੈਸ਼ਨਲ ਲੈਵਲ 'ਤੇ ਇੱਕ ਹੈਲਥ ਇੰਸ਼ੋਰੈਂਸ ਸਕੀਮ ਚੱਲ ਰਹੀ ਹੈ, ਉਸੇ ਤਰ੍ਹਾਂ ਜੋ ਸੈਂਟਰਲ ਆਰਮਡ ਪੁਲਿਸ ਫੋਰਸਿਸ ਨੇ ਉਹਨਾਂ ਦੇ ਲਈ ਇੱਕ ਆਯੁਸ਼ਮਾਨ CAPF ਨਾਮ ਦੀ ਸਕੀਮ ਚੱਲ ਰਹੀ ਹੈ, ਜਿਹਦੇ ਅੰਡਰ 5 ਲੱਖ ਪਰ ਫੈਮਿਲੀ ਜੋ ਸਾਡੇ ਰਿਕਰੂਟਸ ਨੇ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਂਦਾ ਐਨੂਅਲੀ ਜੋ ਹੈਲਥ ਇੰਸ਼ੋਰੈਂਸ ਕਵਰੇਜ ਆ, ਮੇਨਲੀ ਫॉर ਸੈਕੰਡਰੀ ਐਂਡ ਟਰਸ਼ਰੀ ਲੈਵਲ ਕੇਅਰ, ਠੀਕ ਹੈ ਜੀ। ਇਹ 'ਚ ਪ੍ਰਾਇਮਰੀ ਕੇਅਰ ਨਹੀਂ ਹੈ, ਸੈਕੰਡਰੀ ਅਤੇ ਟਰਸ਼ਰੀ ਲੈਵਲ ਜੋ ਹੈਲਥ ਕੇਅਰ ਆ ਉਹਦੇ ਲਈ ਉਹਨਾਂ ਨੂੰ ਇਹ ਇੰਸ਼ੋਰੈਂਸ ਕਵਰ ਪ੍ਰੋਵਾਈਡ ਕੀਤਾ ਜਾਂਦਾ। Then also it will provide access to centralized public grievance redress and monitoring system। ਮਤਲਬ ਜੋ grievances ਨੇ, ਜੋ issues ਨੇ, ਉਹਨਾਂ ਨੂੰ ਐਡਰੈਸ, ਉਹਨਾਂ ਨੂੰ ਰਿਡਰੈਸ ਕਰਨ ਦੇ ਲਈ ਇੱਕ ਡੈਡੀਕੇਟਡ ਪੋਰਟਲ ਹੈ that is known as CP Grams। ਉਸ ਪੋਰਟਲ ਨੂੰ ਵੀ ਇਸ ਐਪ ਦੇ ਥਰੂ ਐਕਸੈਸ ਕਰ ਸਕਣਗੇ ਜੋ ਸਾਡੇ ਬਾਰਡਰ ਸਿਕਿਉਰਿਟੀ ਫੋਰਸ ਦੇ ਜੋ ਸੋਲਜਰਸ ਨੇ, ਰਿਕਰੂਟਸ ਨੇ, ਮੈਂਬਰਸ ਨੇ ਉਹਨਾਂ ਦੇ, ਠੀਕ ਹੈ ਜੀ। ਫਿਰ ਅਸੀਂ ਸਾਡੇ ਲਈ BSF ਨੂੰ ਜਾਣਨਾ ਵੀ ਜ਼ਰੂਰੀ ਹੈ ਦੈਟ ਵਟ ਇਜ਼ BSF। ਜਦੋਂ ਆਪਾਂ BSF ਦੀ ਗੱਲ ਕਰਦੇ ਹਾਂ, ਟੋਟਲ ਸਾਡੀਆਂ ਇੰਡੀਆ ਦੀਆਂ 7 ਸੈਂਟਰਲ ਆਰਮਡ ਪੁਲਿਸ ਫੋਰਸਿਸ ਨੇ ਜਿਹਨਾਂ ਨੂੰ ਅਸੀਂ CAPF ਕਹਿ ਦਿੰਦੇ ਹਾਂ, ਉਹਨਾਂ ਦੇ ਵਿੱਚੋਂ ਇੱਕ ਹੈ BSF, ਠੀਕ ਹੈ ਜੀ। BSF
was constituted in 1965 post Indo Pakistan war 1965 ਦੀ ਜੋ ਭਾਰਤ ਤੇ ਪਾਕਿਸਤਾਨ ਦੀ ਲੜਾਈ ਹੋਈ ਆ ਉਹਦੇ ਬਾਅਦ BSF ਇੱਕ ਫੋਰਸ ਤਿਆਰ ਕੀਤੀ ਗਈ, ਠੀਕ ਹੈ ਜੀ। It is one of the 7 central armed police forces that work under the administrative control of Ministry of Home Affairs, very important। ਇਹ ਸਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੀਆਂ ਸਾਡੀਆਂ ਸੈਂਟਰਲ ਆਰਮਡ ਪੁਲਿਸ ਫੋਰਸਿਸ ਨੇ ਇਹ ਮਿਨਿਸਟਰੀ ਆਫ ਡਿਫੈਂਸ ਦੇ ਅੰਡਰ ਨਹੀਂ ਆਉਂਦੀਆਂ, ਵੈਰੀ ਇੰਪੋਰਟੈਂਟ। ਸੈਂਟਰਲ ਆਰਮਡ ਪੁਲਿਸ ਫੋਰਸਿਸ ਵਰਕ ਅੰਡਰ ਦਾ ਐਡਮਿਨਿਸਟ੍ਰੇਟਿਵ ਕੰਟਰੋਲ ਆਫ ਮਿਨਿਸਟਰੀ ਆਫ ਹੋਮ ਅਫੇਅਰਸ, ਠੀਕ ਹੈ ਜੀ। ਧਿਆਨ ਰੱਖਿਓ ਮਿਨਿਸਟਰੀ ਆਫ ਡਿਫੈਂਸ ਦੇ ਅੰਡਰ ਨਹੀਂ ਹੈ, these are under the administrative control of Ministry of Home Affairs, very important। ਤੇ ਜਿਹੜੀ ਸਾਡੀ ਪ੍ਰਹਾਰੀ ਐਪ ਹੈ ਇਹ ਸਪੈਸੀਫਿਕਲੀ BSF ਜੋ ਸਾਡੀ ਇੱਕ ਯੂਨਿਟ ਹੈ, ਇੱਕ ਵਿੰਗ ਹੈ, ਇੱਕ ਯੂਨਿਟ ਹੈ ਸਾਡੀ ਆਰਮੀ ਦਾ। ਪ੍ਰਹਾਰੀ ਐਪ is for border security force ਜਵਾਨ। ਧਿਆਨ ਰੱਖਿਓ ਪ੍ਰਹਾਰੀ BSF ਵਾਸਤੇ ਆ। ਤੇ ਜਿਹੜੀਆਂ ਸਾਡੀਆਂ CAPF ਫੋਰਸਿਸ ਨੇ ਦੇ ਵਰਕ ਅੰਡਰ ਦਾ ਕੰਟਰੋਲ ਆਫ ਮਿਨਿਸਟਰੀ ਆਫ ਹੋਮ ਅਫੇਅਰਸ। ਤੇ ਜਦੋਂ ਅਸੀਂ BSF ਦੀ ਗੱਲ ਕਰਦੇ ਹਾਂ ਵੀ ਇਹਦਾ ਕੰਮ ਕੀ ਹੈ, ਕਿੱਥੇ ਡਿਪਲੋਇਡ ਹੈ ਜਾਂ ਕਿਹੜੇ ਸਾਡੇ ਇੰਟਰਨੈਸ਼ਨਲ ਬਾਰਡਰ ਨੂੰ ਗਾਰਡ ਕਰਦੇ ਨੇ ਇਹ ਮੇਨਲੀ ਇੰਡੋ ਪਾਕਿਸਤਾਨ ਬਾਰਡਰ ਹੈ ਸਾਡਾ ਜੋ, ਉਹਦੇ ਤੇ ਇਹਨਾਂ ਦੀ ਡਿਊਟੀ ਹੁੰਦੀ ਹੈ ਜਾਂ ਸਾਡੇ ਉਸ ਬਾਰਡਰ ਨੂੰ ਗਾਰਡ ਕਰਨ ਦੇ ਲਈ ਯੂਜ਼ ਕੀਤੇ ਜਾਂਦੇ ਨੇ। ਦੈਨ ਇੰਡੋ ਬੰਗਲਾਦੇਸ਼ ਬਾਰਡਰ, ਦੈਨ ਫਿਰ ਆਪਾਂ ਜਿਵੇਂ ਇੰਡੋ ਪਾਕ ਬਾਰਡਰ ਦੇ ਨਾਲ ਸਾਡਾ ਸਰ ਕ੍ਰੀਕ ਲਾਈਨ ਹੈ ਜੋ ਅਰੇਬੀਅਨ ਸੀ ਦੇ ਵਿੱਚ ਨੀਅਰ ਗੁਜਰਾਤ, ਉੱਥੇ ਵੀ BSF ਫੋਰਸਿਸ ਸਾਡੀਆਂ ਪੋਸਟ ਕੀਤੀਆਂ ਜਾਂਦੀਆਂ ਨੇ, ਡਿਪਲੋਏ ਕੀਤੀਆਂ ਜਾਂਦੀਆਂ ਨੇ। ਦੈਨ ਸੁੰਦਰਬਨ ਡੈਲਟਾ ਇਨ ਬੇ ਆਫ ਬੰਗਾਲ। ਦੈਨ ਜਿਵੇਂ ਕਹਿ ਲਓ ਵੀ ਲਾਅ ਐਂਡ ਆਰਡਰ ਮੇਨਟੇਨ ਕਰਨ ਦੇ ਲਈ ਜਦੋਂ ਸਟੇਟਸ ਦੇ ਵਿੱਚ ਇਲੈਕਸ਼ਨਸ ਹੁੰਦੀਆਂ ਨੇ ਤਾਂ ਉਸ ਟਾਈਮ ਤੇ ਵੀ BSF ਫੋਰਸਿਸ ਨੂੰ ਡਿਪਲੋਏ ਕੀਤਾ ਜਾਂਦਾ। ਪਲੱਸ ਜੋ ਐਂਟੀ ਨਕਸਲ ਆਪਰੇਸ਼ਨਸ ਨੇ ਉੱਥੇ ਵੀ ਇਹਨਾਂ ਦੀਆਂ ਸਰਵਿਸਿਜ਼ ਨੂੰ ਵਰਤਿਆ ਜਾਂਦਾ, ਠੀਕ ਹੈ ਜੀ। ਇਹ ਇਹਨਾਂ ਦੇ ਏਰੀਆਜ਼ ਨੇ ਜਿੱਥੇ ਜਿੱਥੇ BSF ਫੋਰਸਿਸ ਕੰਮ ਕਰਦੀਆਂ ਨੇ। ਇਟ ਇਜ਼ ਇੰਸਟਰੂਮੈਂਟਲ ਇਨ ਹੈਲਪਿੰਗ ਸਰ ਕ੍ਰੀਕ ਲਾਈਨ, then Sundarban Delta. It is instrumental in helping state administration in maintaining law and order and conducting peaceful elections, ठीक है जी। Then BSF is also termed as the first line of defense of Indian territories, very important। ਤੇ ਜਿਹੜੀਆਂ ਸਾਡੀਆਂ ਬਾਕੀ ਦੀਆਂ ਜਿਵੇਂ ਸੈਂਟਰਲ ਆਰਮਡ ਪੁਲਿਸ ਫੋਰਸਿਸ ਨੇ ਉਹਨਾਂ ਚੋਂ ਇੱਕ ਸਾਡੀ ਹੋਊਗੀ BSF, ਉਹਨਾਂ ਦੇ ਬਿਨਾਂ 6 ਹੋਰ ਫੋਰਸਿਸ ਨੇ। ਉਹ ਕਿਹੜੀਆਂ ਕਿਹੜੀਆਂ ਨੇ? ਵਨ ਇਜ਼ ਅਸਾਮ ਰਾਈਫਲਸ ਜਿਨ੍ਹਾਂ ਨੂੰ ਡਿਪਲੋਏ ਕੀਤਾ ਜਾਂਦਾ ਜੀ ਇੰਡੋ ਮਿਆਂਮਾਰ ਬਾਰਡਰ ਦੇ ਉੱਪਰ, ਠੀਕ ਹੈ, ਇੰਡੋ ਮਿਆਂਮਾਰ ਬਾਰਡਰ। ਦੈਨ ITBP ਇੰਡੋ ਤਿੱਬਤੀਅਨ ਬਾਰਡਰ ਪੁਲਿਸ, ਇਹ ਸਾਡੀ ਇੰਡੀਆ ਚਾਈਨਾ ਬਾਰਡਰ ਤੇ ਡਿਪਲੋਇਡ ਹੁੰਦੇ ਨੇ। CISF ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ, ਇਹ ਮੇਨਲੀ ਜਿਵੇਂ ਆਪਾਂ ਏਅਰਪੋਰਟਸ ਤੇ ਦੇਖਦੇ ਹਾਂ, ਠੀਕ ਹੈ ਜੀ, ਉੱਥੇ ਇਹਨਾਂ ਦੀ ਡਿਊਟੀ ਹੁੰਦੀ ਹੈ। ਦੈਨ CRPF ਸੈਂਟਰਲ ਰਿਜ਼ਰਵ ਪੁਲਿਸ ਫੋਰਸ। ਦੈਨ ਸਾਡੇ ਨੈਸ਼ਨਲ ਸਿਕਿਉਰਿਟੀ ਗਾਰਡ NSG। ਦੈਨ ਸਾਡੇ ਆਉਂਦੇ ਨੇ ਸਸ਼ਸਤਰ ਸੀਮਾ ਬਲ, ਇਹਨਾਂ ਨੂੰ ਮੇਨਲੀ ਡਿਪਲੋਏ ਕੀਤਾ ਜਾਂਦਾ ਇੰਡੋ ਨੇਪਾਲ ਇੰਡੋ ਭੂਟਾਨ ਬਾਰਡਰ ਤੇ। ਸਸ਼ਸਤਰ ਸੀਮਾ ਬਲ ਇਜ਼ ਔਨ ਇੰਡੋ ਨੇਪਾਲ ਐਂਡ ਇੰਡੋ ਭੂਟਾਨ, ਠੀਕ ਹੈ। ਇਹ ਸਾਡੀਆਂ 7 ਯੂਨਿਟਸ ਨੇ ਜੋ ਸੈਂਟਰਲ ਆਰਮਡ ਪੁਲਿਸ ਫੋਰਸਿਸ ਦੀਆਂ ਨੇ। ਤੇ all the 7 came under all the 7 work under the control of Ministry of Home Affairs। ਇਹ ਡਿਫੈਂਸ ਮਿਨਿਸਟਰੀ ਦੇ ਅੰਡਰ ਨਹੀਂ ਹੈ, ਵੈਰੀ ਇੰਪੋਰਟੈਂਟ। ਤੇ ਨੈਕਸਟ ਸਾਡਾ ਜੋ ਟੌਪਿਕ ਹੈ ਜੀ ਦੈਟ ਇਜ਼ ਸਟ੍ਰੇਟ ਆਫ ਹਾਰਮੋਜ਼। ਜਦੋਂ ਅਸੀਂ ਜਿਓਗ੍ਰਾਫੀ ਦੀ ਗੱਲ ਕਰਦੇ ਹਾਂ ਨਾ, ਦੇਅਰ ਆਰ ਸਰਟਨ ਪੁਆਇੰਟਸ, ਦੇਅਰ ਆਰ ਸਰਟਨ ਜਿਓਗ੍ਰਾਫੀਕਲ ਲੋਕੇਸ਼ਨਸ that are always important for our exam, be it state PCS or UPSC। ਕੁਛ ਜਿਓਗ੍ਰਾਫੀਕਲ ਲੈਂਡਮਾਰਕਸ ਨੇ, ਇੱਦਾਂ ਦੇ ਕੁਛ ਲੋਕੇਸ਼ਨਸ ਨੇ ਜਿਹੜੇ ਥਰੂ ਆਊਟ ਦਾ ਈਅਰ ਨਿਊਜ਼ ਦੇ ਵਿੱਚ ਰਹਿੰਦੇ ਨੇ ਤੇ ਉਹ ਸਾਡੇ ਪੇਪਰ ਲਈ ਰੈਲੇਵੈਂਟ ਨੇ। ਤੇ ਉਹਨਾਂ ਦੇ ਵਿੱਚੋਂ ਇੱਕ ਹੈ ਜੀ ਸਟ੍ਰੇਟ ਆਫ ਹਾਰਮੋਜ਼, ਜਿਹਦੇ ਬਾਰੇ ਆਪਾਂ ਅੱਜ ਡਿਸਕਸ਼ਨ ਕਰਾਂਗੇ। ਤੁਹਾਨੂੰ ਦੱਸਾਂਗੇ ਕਿੱਥੇ ਲੋਕੇਟਡ ਆ, ਕਿਉਂ ਇੰਪੋਰਟੈਂਟ ਆ, ਜਾਂ ਨਿਊਜ਼ ਦੇ ਵਿੱਚ ਕਿਉਂ ਆ ਰੀਸੈਂਟਲੀ। ਵਾਈ ਨਿਊਜ਼? ਬਿਕੋਜ਼ ਰੀਸੈਂਟਲੀ UAE ਯੂਨਾਈਟਿਡ ਅਰਬ ਐਮੀਰੇਟ ਐਂਡ ਇਰਾਨਸ ਮਿਲਟਰੀ ਹੈਵ ਸਟਾਰਟਡ ਦੇਅਰ ਐਨੂਅਲ ਐਕਸਰਸਾਈਜ਼। ਉਹਨਾਂ ਦੀਆਂ ਜਿਵੇਂ ਅਸੀਂ ਕੁਛ ਇੰਡੀਅਨ ਆਰਮੀ ਸਾਡੀ ਜੋ ਮਿਲਟਰੀ ਹੈ ਉਹਨਾਂ ਦੀਆਂ ਕੁਛ ਐਨੂਅਲ ਐਕਸਰਸਾਈਜ਼ਸ ਨੇ ਜੋ ਇੰਟਰਨੈਸ਼ਨਲ ਲੈਵਲ ਦੇ ਬਾਕੀ ਕੰਟਰੀਜ਼ ਦੇ ਨਾਲ ਮਿਲ ਕੇ ਕਰਦੀਆਂ ਨੇ। ਉਹ ਉਸੇ ਤਰ੍ਹਾਂ ਬਾਕੀ ਦੀਆਂ ਜੋ ਫੋਰਸਿਸ ਨੇ, ਆਰਮੀਜ਼ ਨੇ, ਉਹਨਾਂ ਦੇ ਵਿੱਚ ਵੀ ਇੱਦਾਂ ਬਾਈਲੇਟਰਲ ਐਕਸਰਸਾਈਜ਼ਸ ਕੰਡਕਟ ਕੀਤੀਆਂ ਜਾਂਦੀਆਂ ਨੇ।
ਤੇ UAE ਐਂਡ ਈਰਾਨ ਦੀ ਜੋ ਐਨੂਅਲ ਐਕਸਰਸਾਈਜ਼ ਆ ਉਹ ਰੀਸੈਂਟਲੀ 2022 ਦੇ ਲਾਸਟ ਦੇ ਵਿੱਚ ਉਹ ਸਟਾਰਟ ਹੋਈ ਆ। ਕਿੱਥੇ ਹੋਈ ਆ ਜੀ? ਨੀਅਰ ਦ ਗਲਫ ਆਫ ਓਮਾਨ ਐਂਡ ਦ ਸਟ੍ਰੈਟੇਜਿਕ ਸਟ੍ਰੇਟ ਆਫ ਹਾਰਮੂਜ਼। ਇਹਨਾਂ ਦੇ ਨੇੜੇ ਇਹ ਐਕਸਰਸਾਈਜ਼ ਉਹਨਾਂ ਦੀ ਸਟਾਰਟ ਹੋਈ ਹੈ, ਜਿਹਦੇ ਕਰਕੇ ਸਟ੍ਰੇਟ ਆਫ ਹਾਰਮੂਜ਼ ਨਿਊਜ਼ ਦੇ ਵਿੱਚ ਸੀ। ਓਮਾਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਓਮਾਨ ਦੇ ਵਿੱਚ ਆਪਾਂ ਪਿੱਛੇ ਜੇ ਕਰੰਟ ਅਫੇਅਰਸ ਦੀਆਂ ਕਲਾਸਿਸ ਦੇ ਵਿੱਚ ਹੀ ਉੱਥੋਂ ਦੇ ਜੋ ਸਿਵਲ ਵਾਰ ਚੱਲ ਰਹੀ ਆ ਉਹਦੇ ਲਈ ਆਪਾਂ ਉਹਦੇ ਬਾਰੇ ਡਿਸਕਸ ਕੀਤਾ ਸੀ। ਤੁਹਾਡੇ ਲਈ ਕੁਐਸਚਨ ਇਹ ਹੈ ਕਿ ਇੱਕ ਉੱਥੇ ਮਿਲੀਟੈਂਸੀ ਗਰੁੱਪ ਆ ਜੋ ਓਮਾਨ ਦੇ ਵਿੱਚ ਕਾਫੀ, ਓਮਾਨ ਦੇ ਵਿੱਚ ਨਹੀਂ ਯਮਨ ਦੇ ਵਿੱਚ ਆ, ਉਹ ਆਪਾਂ ਯਮਨ ਬਾਰੇ ਗੱਲ ਕੀਤੀ ਸੀ। ਇਹਦੇ ਨਾਲ ਹੀ ਰਿਲੇਟਡ ਹੈ ਕਿ ਯਮਨ ਸਿਵਲ ਵਾਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਉਹਦੇ 'ਚ ਉੱਥੋਂ ਦਾ ਇੱਕ ਲੋਕਲ ਮਿਲੀਟੈਂਟ ਗਰੁੱਪ ਆ ਜੋ ਕਾਫੀ ਐਕਟਿਵਲੀ ਪਾਰਟੀਸਪੇਟ ਕਰ ਰਿਹਾ ਤੇ ਬਹੁਤ ਸਾਰਾ ਇਲਾਕਾ ਉਹਨੇ ਆਪਣੇ ਕਬਜ਼ੇ 'ਚ ਕਰ ਰੱਖਿਆ। ਉਸ ਮਿਲੀਟੈਂਟ ਗਰੁੱਪ ਦਾ ਨਾਮ ਕਮੈਂਟ ਕਰੋ ਜੇ ਤੁਹਾਨੂੰ ਧਿਆਨ ਦੇ ਵਿੱਚ ਆ, ਠੀਕ ਹੈ ਜੀ। ਫਿਰ ਆਪਾਂ ਗੱਲ ਕਰਦੇ ਹਾਂ ਅਬਾਊਟ ਸਟ੍ਰੇਟ ਆਫ ਹਾਰਮੂਜ਼। ਇਟ ਇਜ਼ ਲੋਕੇਟਡ ਐਟ ਦ ਮਾਊਥ ਆਫ ਪਰਸ਼ੀਅਨ ਗਲਫ, ਵੈਰੀ ਇੰਪੋਰਟੈਂਟ ਇਹਦੀ ਲੋਕੇਸ਼ਨ ਪਰਸ਼ੀਅਨ ਗਲਫ ਦੇ ਮਾਊਥ ਤੇ ਲੋਕੇਟਡ ਹੈ। ਐਂਡ ਇਟ ਇਜ਼ ਕ੍ਰੂਸ਼ੀਅਲ ਟੂ ਗਲੋਬਲ એનર્ਜੀ ਸਪਲਾਈਜ਼। It is crucial to global energy supplies as it serves the route for nearly all the liquefied natural gas produced by Qatar. ਜਿਹੜੀ LNG liquefied natural gas ਕਤਰ ਪ੍ਰੋਡਿਊਸ ਕਰਦਾ, ਕਤਰ ਵਰਲਡ ਦਾ ਲਾਰਜੈਸਟ LNG ਪ੍ਰੋਡਿਊਸਰ ਹੈ, ਵੈਰੀ ਇੰਪੋਰਟੈਂਟ, the world's biggest LNG exporter, not producer, exporter, ਜਿਹੜਾ ਐਕਸਪੋਰਟ ਕਰਦਾ ਉਹ ਕਤਰ ਹੈ। ਤੇ ਉੱਥੋਂ ਜਿਹੜੀ ਮੈਕਸੀਮਮ LNG ਆ, ਲਿਕੁਇਫਾਈਡ ਨੈਚੁਰਲ ਗੈਸ ਆ, ਉਹ ਬਾਕੀ ਕੰਟਰੀਜ਼ ਨੂੰ ਐਕਸਪੋਰਟ ਕੀਤੀ ਜਾਂਦੀ ਆ ਤਾਂ ਉਹ ਸਟ੍ਰੇਟ ਆਫ ਹਾਰਮੂਜ਼ ਦੇ ਥਰੂ ਹੋ ਕੇ ਜਾਂਦੀ ਆ। ਦੈਟਸ ਵਾਈ ਜੋ ਸਟ੍ਰੇਟ ਆਫ ਹਾਰਮੂਜ਼ ਆ ਉਹ ਹੋਰ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਕਦੇ ਲਈ ਜੋ ਗਲੋਬਲ એનર્ਜੀ ਸਪਲਾਈਜ਼ ਨੇ ਉਹਨਾਂ ਦੀ ਸਪਲਾਈਜ਼ ਨੂੰ ਇਨਸ਼ੋਰ ਕਰਨ ਦੇ ਲਈ। ਦੈਨ ਜਦੋਂ ਜੋ ਸਾਡਾ ਸਟ੍ਰੇਟ ਆਫ ਹਾਰਮੂਜ਼ ਆ, ਜੋ ਸਟ੍ਰੇਟ ਹੁੰਦਾ ਨਾ, ਸਟ੍ਰੇਟ ਕੀ ਹੁੰਦਾ? ਸਟ੍ਰੇਟ ਇਜ਼ ਅ ਨੈਰੋ ਵਾਟਰ ਬੋਡੀ ਜੋ ਦੋ ਬਿਗ ਵਾਟਰ ਬੋਡੀਜ਼ ਨੂੰ ਜਾਂ ਦੋ ਸੀਜ਼ ਨੂੰ ਕਨੈਕਟ ਕਰਦਾ, ਉਹਨੂੰ ਕਹਿੰਦੇ ਆਪਾਂ ਸਟ੍ਰੇਟ, ਠੀਕ ਹੈ। ਤੇ ਉਸੇ ਤਰ੍ਹਾਂ ਕੁਝ ਜਿਓਗ੍ਰਾਫੀਕਲ ਲੋਕੇਸ਼ਨਸ ਨੂੰ ਸੈਪਰੇਟ ਵੀ ਕਰਦਾ ਇਹ, ਜਾਂ ਕੁਝ ਕੰਟਰੀਜ਼ ਨੂੰ ਜੋ ਸਾਡਾ ਸਟ੍ਰੇਟ ਆਫ ਹਾਰਮੂਜ਼ ਆ ਇਹ ਸੈਪਰੇਟ ਕਰਦਾ ਜੀ ਓਮਾਨ ਨੂੰ ਫਰੋਮ ਈਰਾਨ। ਇਹ ਮੈਂ ਤੁਹਾਨੂੰ ਇਹਦਾ ਮੈਪ ਵੀ ਦਿਖਾ ਦੇਣਾ, ਜਿੱਦਾਂ ਉੱਪਰਲਾ ਈਰਾਨ ਹੈ, ਨੀਚੇ ਸਾਡਾ ਆਹ ਵਾਲਾ ਏਰੀਆ ਈਰਾਨ ਓਮਾਨ ਹੋ ਗਿਆ। this part and this, ਇਹ ਸਾਰਾ ਓਮਾਨ ਦਾ ਪਾਰਟ ਹੈ, ਇੱਧਰ UAE ਆ ਗਿਆ ਤੇ ਇੱਥੇ ਸਾਡੇ ਕੋਲ ਹੋ ਗਿਆ ਸਟ੍ਰੇਟ ਆਫ ਹਾਰਮੂਜ਼। ਆ ਨੈਰੋ ਵਾਟਰ ਬੋਡੀ ਆ ਜਿਹੜੀ ਦੋ ਬਿਗ, ਇੱਧਰ ਆਪਣੇ ਕੋਲ ਹੈਗੀ ਆ ਪਰਸ਼ੀਅਨ ਗਲਫ ਤੇ ਹੇਅਰ ਲਾਈਜ਼ ਅਰੇਬੀਅਨ ਸੀ। ਇਹ ਦੋ ਮੇਨ ਵਾਟਰ ਬੋਡੀਜ਼ ਹੋ ਗਈਆਂ। ਇਹਨਾਂ ਦੋਨਾਂ ਨੂੰ ਕਨੈਕਟ ਕਰਨ ਦੇ ਲਈ ਇੱਕ ਨੈਰੋ ਵਾਟਰ ਬੋਡੀ ਹੈ ਜਿਹਨੂੰ ਅਸੀਂ ਸਟ੍ਰੇਟ ਕਹਿੰਦੇ ਆ। ਸਟ੍ਰੇਟ ਹੁੰਦਾ ਇੱਕ ਨੈਰੋ ਵਾਟਰ ਬੋਡੀ ਜੋ ਦੋ ਬਿਗ ਸੀਜ਼ ਨੂੰ ਕਹਿ ਲਓ ਜਾਂ ਵਾਟਰ ਬੋਡੀਜ਼ ਨੂੰ ਕਨੈਕਟ ਕਰਦੇ ਨੇ, ਠੀਕ ਹੈ। ਸੋ ਇਹਨਾਂ ਨੂੰ ਤਾਂ ਕਨੈਕਟ ਕਰਦੇ ਨੇ, ਪਲੱਸ ਈਰਾਨ ਤੇ ਓਮਾਨ, ਆ ਓਮਾਨ ਦਾ ਪਾਰਟ, ਇਹਨਾਂ ਦੋਨਾਂ ਦੇ ਵਿੱਚ ਇੱਕ ਕਹਿ ਲਓ ਵੀ ਇੱਕ ਬਾਉਂਡਰੀ ਕਹਿ ਲਓ, ਇੱਕ ਸੈਪਰੇਟਿੰਗ ਇੱਕ ਵਾਟਰ ਬੋਡੀ ਹੈ ਜੋ ਇਹਨਾਂ ਦੋਨਾਂ ਨੂੰ ਸੈਪਰੇਟ ਕਰਦੀ ਹੈ, ਠੀਕ ਹੈ। ਇਹ ਵੀ ਧਿਆਨ ਰੱਖਿਓ। then it links Persian Gulf to the Gulf of Oman and the Arabian Sea, ਠੀਕ ਹੈ। ਆ ਸਾਡੇ ਕੋਲੇ ਗਲਫ ਆਫ ਓਮਾਨ ਹੋਊਗੀ, ਦੈਨ ਇੱਧਰ ਸਾਡੇ ਕੋਲ ਅਰੇਬੀਅਨ ਸੀ ਹੋਊਗੀ, ਤਾਂ ਇਹਨਾਂ ਦੋਨਾਂ ਨੂੰ ਕਨੈਕਟ ਵੀ ਕਰਦਾ ਹੈ। ਇੱਧਰ ਪਰਸ਼ੀਅਨ ਗਲਫ ਹੋਗੀ। ਦੈਨ ਰਿਲੇਟਡ ਲੈਂਡਮਾਰਕ ਇੱਕ ਇੱਦਾਂ ਦਾ ਹੀ ਹੋਰ ਸਾਡੇ ਕੋਲੇ ਸਟ੍ਰੇਟ ਆ ਜੋ ਇਹਦੇ ਨੇੜੇ ਹੀ ਲੋਕੇਟਡ ਆ, ਉਹ ਵੀ ਸਾਡੇ ਲਈ ਇੰਪੋਰਟੈਂਟ ਆ। ਉਹ ਹੈ ਜੀ ਸਟ੍ਰੇਟ ਆਫ ਬਬਲ ਮੰਦਾਵ। ਸਟ੍ਰੇਟ ਆਫ ਬਬਲ ਮੰਦਾਵ ਬਿਟਵੀਨ ਯਮਨ ਐਂਡ ਜਿਬੂਤੀ। ਆ ਤਾਂ ਸਾਡਾ ਰਿਹਾ ਉੱਪਰ ਸਟ੍ਰੇਟ ਆਫ ਹਾਰਮੂਜ਼। ਠੀਕ ਹੈ ਜੀ। ਆ ਰਿਹਾ ਸਟ੍ਰੇਟ ਆਫ ਹਾਰਮੂਜ਼ ਜਿਹੜਾ ਈਰਾਨ ਤੇ ਯਮਨ, ਈਰਾਨ ਤੇ ਓਮਾਨ ਦੇ ਨੂੰ ਸੈਪਰੇਟ ਕਰਦਾ ਜਾਂ ਈਰਾਨ ਤੇ ਓਮਾਨ ਦੇ ਵਿਚਕਾਰ ਆ। ਤੇ ਆ ਰਿਹਾ ਸਟ੍ਰੇਟ ਆਫ ਬਬਲ ਮੰਦਾਵ, ਇਹ ਹੈਗਾ ਜਿਬੂਤੀ ਤੇ ਯਮਨ ਦੇ ਵਿੱਚ। ਜਿਬੂਤੀ ਇਜ਼ ਅ ਸਮਾਲ ਕੰਟਰੀ ਆਫ ਅਫਰੀਕਾ, ਆਫ ਦਾ ਕੰਟੀਨੈਂਟ ਅਫਰੀਕਾ, ਐਂਡ ਯਮਨ ਇਜ਼ ਆਫ ਏਸ਼ੀਆ, ਠੀਕ ਹੈ ਜੀ। ਇਹਨਾਂ ਦੋਨਾਂ ਨੂੰ ਸੈਪਰੇਟ ਕਰਦਾ, ਇਹਨਾਂ ਦੋਨਾਂ ਦੇ ਵਿਚਕਾਰ ਆ। ਤੇ ਆ ਸਾਡੇ ਕੋਲ ਆ ਗਈ ਰੈੱਡ ਸੀ, ਇੱਧਰ ਸਾਡੇ ਕੋਲ ਅਰੇਬੀਅਨ ਸੀ। ਸੋ ਜੋ ਬਬ ਅਲ ਮੰਦਾਬ ਜੋ ਸਾਡਾ ਸਟ੍ਰੇਟ ਹੈ ਉਹ ਦੋ ਵਾਟਰ ਬੋਡੀਜ਼ ਨੂੰ ਕਨੈਕਟ ਕਰਦਾ, ਕਿਹੜੀਆਂ ਕਿਹੜੀਆਂ ਨੂੰ? ਰੈੱਡ ਸੀ ਨੂੰ ਕਨੈਕਟ ਕਰਦਾ ਵਿਦ ਅਰੇਬੀਅਨ ਸੀ
ਤੇ ਜੋ ਸਾਡਾ ਹੈਗਾ ਸਟ੍ਰੇਟ ਆਫ ਹਾਰਮੋਜ਼ ਉਹ ਕਨੈਕਟ ਕਰਦਾ ਪਰਸ਼ੀਅਨ ਗਲਫ ਨੂੰ ਵਿਦ ਅਰੇਬੀਅਨ ਸੀ, ਠੀਕ ਹੈ ਜੀ। ਤੇ ਇਹ ਸਾਡੇ ਕੋਲ ਇੰਪੋਰਟੈਂਟ ਟ੍ਰੇਡਿੰਗ ਰੂਟਸ ਵੀ ਨੇ, ਇਹ ਵੈਰੀ ਇੰਪੋਰਟੈਂਟ ਮੇਜਰ ਸ਼ਿਪਿੰਗ ਰੂਟਸ ਨੇ ਇਹ। ਦੈਨ ਇੱਥੇ ਲਿਖਿਆ ਵਾਟ ਇਜ਼ ਅ ਸਟ੍ਰੇਟ। ਸਟ੍ਰੇਟ ਕੀ ਹੁੰਦਾ ਜੀ? ਸਟ੍ਰੇਟ ਜਿਵੇਂ ਤੁਹਾਨੂੰ ਦੱਸਿਆ ਇੱਕ ਨੈਰੋ strait is a narrow passage of water connecting two seas or two other large areas of water, ठीक है, वो ਹੁੰਦਾ strait। ਤੇ importance of these straits ਕੀ importance ਆ? ਪਹਿਲਾਂ ਤਾਂ strategic location ਇਹਨਾਂ ਦੀ strategic for global trade, especially the exports of petroleum and natural gas from the Persian Gulf, ਕਿਉਂਕਿ Persian Gulf ਆ ਜਿਹੜਾ ਰੀਜਨ ਆ ਉੱਥੋਂ ਦੀਆਂ ਜਿਹੜੀਆਂ ਕੰਟਰੀਜ਼ ਨੇ ਉਹ ਆਪਣੇ ਕੋਲੇ ਵਰਲਡ ਦੇ ਮੇਜਰ ਪ੍ਰੋਡਿਊਸਰਸ ਨੇ ਆਇਲ ਦੇ, ਨੈਚੁਰਲ ਗੈਸ ਦੇ, ਠੀਕ ਹੈ ਜੀ। ਸੋ ਉਹਨਾਂ ਚੀਜ਼ਾਂ ਦੀਆਂ ਐਕਸਪੋਰਟਸ ਨੂੰ, ਉਹਨਾਂ ਚੀਜ਼ਾਂ ਦੀ ਟ੍ਰੇਡ ਵਾਸਤੇ ਇੱਕ ਪੈਸੇਜ ਪ੍ਰੋਵਾਈਡ ਕਰਦੇ ਨੇ ਦੋਨੋਂ ਹੀ ਸਾਡੇ ਜੋ ਸਟ੍ਰੇਟਸ ਨੇ, ਉਹਨਾਂ ਦੋਨਾਂ ਦੇ ਇਹ ਦੋਨੋਂ ਸਟ੍ਰੇਟਸ ਉਹਨਾਂ ਦੀ ਗਲੋਬਲ ਟ੍ਰੇਡ ਦੇ ਲਈ ਇੰਪੋਰਟੈਂਟ ਨੇ। ਸੋ ਬੋਥ ਸਰਵਸ ਐਜ਼ ਮੇਜਰ ਚੋਕ ਪੁਆਇੰਟਸ ਇਨ ਇੰਡੀਅਨ ਓਸ਼ਨ। ਇਹ ਦੋਨੋਂ ਇੰਡੀਅਨ ਓਸ਼ਨ ਦਾ ਪਾਰਟ ਨੇ, ਇੰਡੀਅਨ ਓਸ਼ਨ 'ਚ ਲਾਈ ਕਰਦੇ ਨੇ। ਤਾਂ ਜਦੋਂ ਇੰਡੀਅਨ ਓਸ਼ਨ ਦੇ ਮੇਜਰ ਚੋਕ ਪੁਆਇੰਟਸ ਦੀ ਗੱਲ ਕਰਦੇ ਹਾਂ, ਚੋਕ ਪੁਆਇੰਟਸ ਹੁੰਦੇ ਨੇ ਵੀ ਉਹ ਸਟ੍ਰੈਟੇਜਿਕ ਏਰੀਆਜ਼, ਉਹ ਕਰੂਸ਼ੀਅਲ ਏਰੀਆਜ਼ ਜਿਨ੍ਹਾਂ ਨੂੰ ਜੇ ਅਸੀਂ ਚੋਕ ਕਰ ਦਈਏ, ਜੇ ਉਹਨਾਂ ਨੂੰ ਜੇ ਅਸੀਂ ਬਲੌਕ ਕਰ ਦਈਏ ਤਾਂ ਜੋ ਕਹਿ ਲਓ ਵੀ ਜਿਹੜੇ ਕੰਟਰੀਜ਼ ਦੀ ਕੁਝ ਸਪਲਾਈਜ਼ ਉਹਨਾਂ 'ਤੇ ਡਿਪੈਂਡ ਕਰਦੀਆਂ ਨੇ ਜਾਂ ਸਪਲਾਈਜ਼ ਜਿਵੇਂ ਮੋਸਟ ਆਫ ਦਾ ਸਪਲਾਈਜ਼ ਉੱਥੋਂ ਹੀ ਆਉਂਦੀਆਂ ਨੇ, ਤਾਂ ਉਹਨਾਂ ਕੰਟਰੀਜ਼ ਦੇ ਵਾਸਤੇ ਐਨਰਜੀ ਕ੍ਰਾਈਸਿਸ, ਸਿਕਿਉਰਿਟੀ ਕ੍ਰਾਈਸਿਸ ਹੋ ਸਕਦੇ ਨੇ। ਇੰਨੇ ਇੰਪੋਰਟੈਂਟ ਨੇ ਪੁਆਇੰਟ ਇਹ, ਕਿਉਂਕਿ ਜਦੋਂ ਆਪਾਂ ਦੇਖਦੇ ਹਾਂ ਜੇ ਆਪਾਂ ਸਾਡਾ ਗਲਫ ਰੀਜਨ ਆ, ਗਲਫ ਏਰੀਆ ਦੇ ਵਿੱਚੋਂ ਆਪਾਂ ਏਸ਼ੀਆ ਨਾਲ ਟ੍ਰੇਡ ਕਰਨੀ ਆ ਤਾਂ ਇਹੀ ਰੂਟ ਬਣਦਾ ਹੈ ਨਾ। ਨੀਚੋਂ ਸਾਊਦੀ ਅਰੇਬੀਆ ਤਾਂ ਆਪਣੇ ਕੋਲੇ ਰੈੱਡ ਸੀ ਤੋਂ ਹੋ ਕੇ ਸਟ੍ਰੇਟ ਆਫ ਬਬਲ ਮੰਦੇਬ ਚੋਂ ਹੋ ਕੇ ਤੇ ਇਧਰੋਂ ਆਪਣੇ ਕੋਲੇ ਪਰਸ਼ੀਅਨ ਗਲਫ ਚੋਂ ਸਟ੍ਰੇਟ ਆਫ ਹਾਰਮੂਜ਼ ਦੇ ਥਰੂ ਆਪਾਂ ਏਸ਼ੀਆ 'ਚ ਐਂਟਰ ਕਰ ਸਕਦੇ ਹਾਂ। ਏਸ਼ੀਆ ਦੇ ਵਿੱਚ ਜਾਂ ਸਾਡਾ ਜੋ ਸਾਊਥ ਏਸ਼ੀਆ ਹੈਗਾ ਉੱਥੇ ਆਪਾਂ ਸਪਲਾਈਜ਼ ਕਰ ਸਕਦੇ ਹਾਂ। ਪਲੱਸ ਜੋ ਵੀ ਸਾਡੀਆਂ ਮੇਜਰ ਇਕੋਨਮੀਜ਼ ਨੇ, ਚਾਹੇ ਇੰਡੀਆ ਹੈ ਚਾਹੇ ਚਾਈਨਾ, ਉਹਨਾਂ ਦੀ ਜੋ ਕਰੂਸ਼ੀਅਲ ਆਇਲ ਇੰਪੋਰਟਸ ਨੇ ਉਹ ਇਸੇ ਰੂਟ ਦੇ ਥਰੂ ਆਉਂਦੇ ਨੇ। ਸੋ ਜੋ ਇਹਨਾਂ ਦੋਨੋਂ ਪੁਆਇੰਟਸ ਨੂੰ ਕੋਈ ਵੀ ਸਾਡੀ ਕਹਿ ਲਓ, ਚਾਹੇ ਕਿਸੇ ਕੰਟਰੀ ਦੀ ਸਾਡੀ ਕੋਈ ਨੇਵੀ ਕਹਿ ਲਓ ਜਾਂ ਕੁਝ ਕਹਿ ਲਓ ਨਾਨ ਸਟੇਟ ਐਕਟਰਸ ਨੇ ਜਿਹੜੇ, ਉਹ ਇਹਨਾਂ ਨੂੰ ਜੇ ਚੋਕ ਕਰਦੇ ਨੇ, ਇੱਥੇ ਬਲੋਕੇਡ ਕਰਦੇ ਨੇ, ਤਾਂ ਜਿਹੜੀਆਂ ਸਾਡੇ ਸਾਊਥ ਏਸ਼ੀਆ ਦੀਆਂ, ਈਸਟ ਏਸ਼ੀਆ ਦੀਆਂ ਜਿਹੜੀਆਂ ਜਿੰਨੀਆਂ ਵੀ ਕਰੂਸ਼ੀਅਲ ਸਪਲਾਈਜ਼ ਨੇ ਉਹ ਇੱਥੋਂ ਰੁਕ ਜਾਣਗੀਆਂ ਤੇ ਉਹਨਾਂ ਦੇ ਨਾਲ ਉੱਥੇ ਐਨਰਜੀ ਕ੍ਰਾਈਸਿਸ ਤੇ ਸਿਕਿਉਰਿਟੀ ਇਸ਼ੂਜ਼ ਉੱਥੇ ਕ੍ਰੀਏਟ ਹੋ ਜਾਣਗੀਆਂ, ਠੀਕ ਹੈ ਜੀ। ਦੈਟਸ ਵਾਈ these are called as important choke points of the Indian Ocean, ਠੀਕ ਹੈ ਜੀ। then next important topic is non performing assets, ਜਿਨ੍ਹਾਂ ਨੂੰ ਅਸੀਂ NPAs ਕਹਿੰਦੇ ਨੇ। ਜਦੋਂ ਆਪਾਂ ਇਕੋਨਮੀ ਪੜਾਂਗੇ, ਇਕੋਨਮੀ ਦੇ ਵਿੱਚ ਬੈਂਕ ਕ੍ਰਾਈਸਿਸ ਆਉਂਦੇ ਨੇ ਤਾਂ ਉਹਨਾਂ ਦੇ ਵਿੱਚ ਬੈਂਕਿੰਗ ਸੈਕਟਰ ਆਉਂਦਾ, ਤਾਂ ਉਹਦੇ 'ਚ ਜੋ ਬੈਂਕਿੰਗ ਸੈਕਟਰ ਸਾਡਾ ਜੋ ਇਸ਼ੂਜ਼ ਫੇਸ ਕਰ ਰਿਹਾ ਉਹਨਾਂ ਦੇ ਵਿੱਚ ਇੱਕ ਮੇਜਰ ਇਸ਼ੂ ਹੈ ਜੀ ਨਾਨ ਪਰਫਾਰਮਿੰਗ ਐਸਟ। ਪਰਟੀਕੂਲਰਲੀ ਜਦੋਂ ਅਸੀਂ ਪਬਲਿਕ ਸੈਕਟਰ ਬੈਂਕਸ ਦੀ ਗੱਲ ਕਰਦੇ ਹਾਂ ਉੱਥੇ NPAs ਦਾ ਨੰਬਰ ਕਾਫੀ ਜ਼ਿਆਦਾ ਹੈਗਾ, ਬਟ ਹੁਣ ਪਿਛਲੇ 2-3 ਸਾਲਾਂ ਦੇ ਵਿੱਚ ਇਹ ਨੰਬਰ ਘਟ ਰਿਹਾ ਹੈ, ਪਰਸੈਂਟੇਜ ਘਟ ਰਹੀ ਆ, ਜਿਹਦੇ ਕਰਕੇ NPAs ਹੁਣ ਰੀਸੈਂਟਲੀ ਨਿਊਜ਼ ਦੇ ਵਿੱਚ ਨੇ। ਐਜ਼ ਪਰ RBI ਡੇਟਾ, ਦ ਗ੍ਰੋਸ ਨਾਨ ਪਰਫਾਰਮਿੰਗ ਐਸੈਟਸ ਰੇਸ਼ੋ ਵਿਚ ਡਿਕਲਾਈਨਡ ਟੂ 7-year low of 5% in September 2022। ਸੈਪਟੰਬਰ 2022 ਦੇ ਵਿੱਚ ਪਿਛਲੇ 7 ਸਾਲਾਂ ਦੇ ਵਿੱਚ ਸਭ ਤੋਂ ਘੱਟ NPAs ਦੀ ਜੋ ਗ੍ਰੋਸ NPA ਰੇਸ਼ੋ ਕਹਿੰਦੇ ਆਪਾਂ ਉਹ ਰਿਪੋਰਟ ਹੋਈ ਹੈ। ਤੇ ਹੁਣ RBI ਦੇ ਡੇਟਾ ਦੇ ਅਕੋਰਡਿੰਗ ਇਹ ਅਗਲੇ ਸਾਲ 2023 ਦੇ ਵਿੱਚ ਸੈਪਟੰਬਰ ਤੱਕ ਹੋਰ ਵੀ ਘਟਣ ਦੀ ਇਹਦੀ ਉਮੀਦ ਹੈ, ਠੀਕ ਹੈ ਜੀ। ਮਤਲਬ ਕੀ ਹੈ ਵੀ ਪਬਲਿਕ ਸੈਕਟਰ ਬੈਂਕਸ ਨੇ, ਜਿਹੜੀਆਂ ਬੈਂਕਸ ਨੇ ਉਹ ਹੁਣ ਵਧੀਆ ਪਰਫਾਰਮ ਕਰ ਰਹੀਆਂ ਨੇ। ਉਹਨਾਂ ਦੇ ਜੋ ਨੰਬਰ ਆਫ ਨਾਨ ਪਰਫਾਰਮਿੰਗ ਐਸੈਟਸ ਆ ਜਾਂ ਪਰਸੈਂਟੇਜ ਉਹਨਾਂ ਦੀ ਉਹ ਘਟ ਰਹੀ ਹੈ, ਠੀਕ ਹੈ ਜੀ। ਇਹ ਨਿਊਜ਼ ਆ। ਤੇ ਹੁਣ ਆਪਾਂ NPAs ਬਾਰੇ ਪੜਾਂਗੇ। ਗ੍ਰੋਸ NPAs, ਜਦੋਂ ਆਪਾਂ ਗੱਲ ਕਰਦੇ ਹਾਂ ਗ੍ਰੋਸ NPA, ਗ੍ਰੋਸ ਦਾ ਮਤਲਬ ਹੁੰਦਾ ਸਾਰਾ, ਟੋਟਲ ਹੈ ਨਾ। ਗ੍ਰੋਸ ਦਾ ਮਤਲਬ ਪੂਰੇ ਦਾ ਪੂਰਾ, ਇੱਕ ਹੁੰਦਾ ਨੈਟ। ਇਹਨਾਂ ਦੇ ਵਿੱਚ ਥੋੜਾ ਜਿਹਾ ਡਿਫਰੈਂਸ ਹੁੰਦਾ, ਆਪਾਂ ਗੱਲ ਕਰਾਂਗੇ। ਗ੍ਰੋਸ ਕੀ ਹੈ? ਗ੍ਰੋਸ NPA ਦਾ ਸਮ ਆਫ ਆਲ ਦਾ ਲੋਨਸ ਡਿਫਾਲਟਡ ਬਾਈ ਦਾ ਇੰਡੀਵਿਜੂਅਲਸ। ਮਤਲਬ ਜਿੰਨੇ ਵੀ ਜਾਂ ਜੋ ਵੀ ਇੰਡੀਵਿਜੂਅਲਸ ਨੇ ਲੋਨਸ ਲਏ ਸੀ, ਉਹ ਲੋਨਸ ਜਦੋਂ ਡਿਫਾਲਟ ਹੋ ਜਾਂਦੇ ਨੇ, ਮਤਲਬ ਉਹ ਰੀਪੇ ਨਹੀਂ ਕੀਤੇ ਜਾ ਰਹੇ ਸਾਡੇ ਬੋਰੋਵਰਸ ਤੋਂ, ਤਾਂ ਉਹਨਾਂ ਨੂੰ ਅਸੀਂ ਕਹਿੰਦੇ ਨੇ NPA। ਤੇ ਜਦੋਂ ਆਪਾਂ ਉਹਨਾਂ ਨੂੰ ਓਵਰਆਲ ਦੇਖਦੇ ਹਾਂ, ਉਹਨਾਂ ਦਾ ਪੂਰਾ ਨੰਬਰ ਦੇਖਦੇ ਹਾਂ, ਤਾਂ ਉਹ ਜਿਹੜਾ ਹੁੰਦਾ ਉਹਨੂੰ ਕਹਿੰਦੇ ਨੇ ਗ੍ਰੋਸ NPA, ਠੀਕ ਹੈ ਜੀ। ਮਤਲਬ ਕਿ ਆਪਾਂ ਇਸ ਤਰ੍ਹਾਂ ਸਮਝ ਸਕਦੇ ਹਾਂ ਵੀ ਇੱਕ ਬੈਂਕ ਨੇ 100 ਕਰੋੜ ਰੁਪਏ ਦੇ
ਲੋਨਸ ਦਿੱਤੇ ਸੀ ਜਿਹਦੇ ਚੋਂ 80 ਕਰੋੜ ਰੁਪਇਆ ਜਿਹੜਾ ਹੈਗਾ ਉਹ ਵਾਪਸ ਆ ਗਿਆ, ਪਲੱਸ 20 ਕਰੋੜ ਆ ਜਿਹੜਾ ਉਹ ਆਪਣੇ ਕੋਲ ਡਿਫਾਲਟ ਹੋ ਗਿਆ। ਤਾਂ ਜੋ GNPA ਹੋਊ, ਗ੍ਰੋਸ ਨਾਨ ਪਰਫਾਰਮਿੰਗ ਐਸੈਟਸ, ਉਹ ਹੋਣਗੇ 100 ਦੇ ਵਿੱਚੋਂ 20 ਕਰੋੜ ਰੁਪਏ। ਠੀਕ ਹੈ ਜੀ। ਤੇ ਫਿਰ ਆਪਾਂ ਗੱਲ ਕਰਦੇ ਹਾਂ ਨੈਟ NPAs, ਜਿਹਨੂੰ NNPA ਕਹਿੰਦੇ ਨੇ, ਨੈਟ NPA। ਨੈਟ NPA ਦਾ ਮਤਲਬ ਹੁੰਦਾ ਗ੍ਰੋਸ NPA ਮਾਈਨਸ ਪ੍ਰੋਵੀਜ਼ਨਿੰਗ ਫॉर ਦਾ NPAs, ਕਿਉਂਕਿ ਬੈਂਕ ਪ੍ਰੋਵੀਜ਼ਨਿੰਗ ਫॉर NPAs ਮਤਲਬ ਹੁੰਦਾ ਜਦੋਂ ਬੈਂਕ ਦੇ ਜਿਹੜੇ ਐਸੈਟਸ ਨੇ, ਜਦੋਂ ਆਪਾਂ ਬੈਂਕਿੰਗ ਦੀ ਗੱਲ ਕਰਦੇ ਹਾਂ ਉਹਦੇ 'ਚ ਨਾ ਦੋ ਮੇਨ, ਆਪਾਂ ਚਲੋ ਪਹਿਲਾਂ ਆਪਾਂ ਉਹ ਵੀ ਥੋੜਾ ਜਿਹਾ ਡਿਸਕਸ ਕਰ ਲਈਏ, ਇਹਨੂੰ ਬਾਅਦ ਚੋਂ ਗੱਲ ਕਰਾਂਗੇ। ਆਪਾਂ ਜੇ ਬੈਂਕ ਦੀ ਗੱਲ ਕਰੀਏ ਤਾਂ ਮੇਨਲੀ ਆਪਾਂ ਦੋ ਇਹਨਾਂ ਦੇ, ਇੱਕ ਤਾਂ ਹੁੰਦੇ ਨੇ ਐਸੈਟਸ ਕੰਪੋਨੈਂਟਸ ਨੇ, ਐਸੈਟਸ ਤੇ ਲਾਇਬਿਲਿਟੀਜ਼। ਠੀਕ ਹੈ ਜੀ। ਐਸੈਟਸ ਤਾਂ ਹੁੰਦੇ ਨੇ ਜਿਨ੍ਹਾਂ ਤੋਂ ਕੋਈ ਨਾ ਕੋਈ ਉਹਨਾਂ ਨੂੰ ਇਨਕਮ ਹੋ ਰਹੀ ਹੈ, ਬੈਂਕ ਨੂੰ ਕਿਸੇ ਤਰ੍ਹਾਂ ਦਾ ਕੋਈ ਨਾ ਕੋਈ ਰਿਟਰਨ ਹੋ ਰਹੀ ਆ, ਚਾਹੇ ਉਹਨਾਂ ਨੇ ਕਹਿ ਲਓ ਲੋਨਸ ਦਿੱਤੇ ਹੋਏ ਨੇ ਕਿਉਂਕਿ ਉਹਨਾਂ ਤੇ ਰਿਟਰਨ ਹੋ ਰਹੀ ਹੈ, ਉਹਨਾਂ ਨੂੰ ਇੰਟਰਸਟ ਮਿਲ ਰਿਹਾ, ਵਿਆਜ ਮਿਲ ਰਿਹਾ, ਜਾਂ ਉਹਨਾਂ ਨੇ ਕੋਈ ਹੋਰ ਇਨਵੈਸਟਮੈਂਟ ਕੀਤੀ ਹੈ ਜਿਹਦੇ ਤੋਂ ਉਹਨਾਂ ਨੂੰ ਰਿਟਰਨ ਹੋ ਰਹੇ ਨੇ ਕੁਛ ਨਾ ਕੁਛ, ਜਾਂ ਕਹਿ ਲਓ ਗਵਰਨਮੈਂਟ ਸਿਕਿਉਰਿਟੀਜ਼ ਦੇ ਵਿੱਚ ਇਨਵੈਸਟ ਕੀਤਾ, ਜਾਂ ਜੋ ਕੁਛ ਵੀ ਕੀਤਾ, ਉਹਨੂੰ ਅਸੀਂ ਕਹਿੰਦੇ ਨੇ ਐਸੈਟਸ। ਐਸੈਟ ਦਾ ਮਤਲਬ ਹੁੰਦਾ ਜਿੱਥੋਂ ਸਾਨੂੰ ਕੋਈ ਨਾ ਕੋਈ ਰਿਟਰਨ ਮਿਲ ਰਹੀ ਹੈ, ਕੋਈ ਨਾ ਕੋਈ ਇਨਕਮ ਮਿਲ ਰਹੀ ਹੈ। ਲਾਇਬਿਲਿਟੀਜ਼ ਹੁੰਦੀਆਂ ਨੇ ਜੋ ਸਾਡੀਆਂ ਜ਼ਿੰਮੇਵਾਰੀਆਂ ਨੇ, ਜਿਵੇਂ ਬੈਂਕ ਕੋਲੇ ਜਿਹੜੇ ਡਿਪੋਜ਼ਿਟਸ ਨੇ, ਉਹ ਚਾਹੇ ਸੇਵਿੰਗ ਅਕਾਊਂਟਸ ਨੇ ਜਾਂ ਜੋ ਮਰਜ਼ੀ ਨੇ, ਜਿਹੜੇ ਉਹਨਾਂ ਨੇ ਲੋਕਾਂ ਨੂੰ ਵਾਪਸ ਕਰਨੇ ਨੇ, ਪਲੱਸ ਉਹਦੇ ਤੇ ਇਹਨਾਂ ਨੂੰ ਵਿਆਜ ਵੀ ਦੇਣਾ ਪੈਣਾ ਬੈਂਕਸ ਨੂੰ, ਹੈ ਨਾ। ਸੋ ਉਹ ਬੈਂਕ ਦੀ ਜ਼ਿੰਮੇਵਾਰੀ ਹੋ ਗਈ, ਉਹਨੂੰ ਕਹਿੰਦਾ ਲਾਇਬਿਲਿਟੀਜ਼। ਐਸੈਟ ਹੋ ਗਏ ਬੈਂਕ ਦੇ ਜਿਹੜੇ ਲੋਨ ਦਿੱਤੇ ਹੋਏ ਨੇ, ਕਿਉਂਕਿ ਇਹਨਾਂ ਤੇ ਬੈਂਕਸ ਨੂੰ ਇੰਟਰਸਟ ਮਿਲਦਾ। ਠੀਕ ਹੈ ਜੀ। ਜਦੋਂ ਜਿਹੜੇ ਲੋਨ ਬੈਂਕ ਨੇ ਦਿੱਤੇ ਨੇ ਉਹਨਾਂ ਦੇ ਉੱਪਰ ਉਹਨਾਂ ਨੂੰ ਇਨਕਮ ਆਉਣੀ ਬੰਦ ਹੋ ਜੇ, ਮਤਲਬ ਜਾਂ ਤਾਂ ਉਹਨਾਂ ਦੇ ਉੱਪਰ ਵਿਆਜ ਨਹੀਂ ਆ ਰਿਹਾ, ਜਿਹੜਾ ਉਹਨਾਂ ਨੂੰ ਇੰਟਰਸਟ, ਉਹ ਆਪਣੇ ਕੋਲ ਬੋਰੋਅਰਸ ਲਾਇਬਲ ਸੀਗੇ ਟੂ ਪੇ ਟੂ ਦ ਬੈਂਕਸ, ਉਹ ਇੰਟਰਸਟ ਆਉਣਾ ਬੰਦ ਹੋ ਗਿਆ ਕਿਸੇ ਕਾਰਨ ਕਰਕੇ, ਉਹਨਾਂ ਨੇ ਇੰਟਰਸਟ ਨਹੀਂ ਪੇ ਕਰ ਪਾ ਰਹੇ, ਤਾਂ ਜਿਹੜਾ ਐਸੈਟ ਆ ਬੈਂਕ ਦਾ ਉਹਨੂੰ ਅਸੀਂ ਨਾਨ ਪਰਫਾਰਮਿੰਗ ਐਸੈਟ ਕਹਿ ਦਾਂਗੇ। ਮਤਲਬ ਜਿਹੜੇ ਕੰਮ ਲਈ ਉਹ ਸੀਗਾ ਉਹ ਕੰਮ ਪਰਫਾਰਮ ਨਹੀਂ ਕਰ ਰਿਹਾ, ਐਸੈਟ ਸੀਗਾ ਉਹ ਬੈਂਕ ਨੂੰ ਰਿਟਰਨ ਦੇਣ ਦੇ ਲਈ, ਬੈਂਕ ਨੂੰ ਇਨਕਮ ਦੇਣ ਦੇ ਲਈ, ਬਟ ਉਹਦਾ ਜਦੋਂ ਉਹ ਇਨਕਮ ਦੇਣ ਦੇ ਕਾਬਲ ਨਹੀਂ ਹੈ ਜਾਂ ਫੇਲ ਕਰ ਰਿਹਾ ਟੂ ਪ੍ਰੋਵਾਈਡ ਇਨਕਮ ਟੂ ਦ ਬੈਂਕ, ਤਾਂ ਉਹਨੂੰ ਅਸੀਂ ਕਹਿ ਦਾਂਗੇ ਨਾਨ ਪਰਫਾਰਮਿੰਗ ਐਸੈਟਸ। ਠੀਕ ਹੈ ਜੀ। ਇਹਨਾਂ ਬਾਰੇ ਜਿਹੜੀਆਂ NPAs ਬਾਰੇ ਹੋਰ ਫਾਈਨ ਡਿਟੇਲਸ ਨੇ ਉਹ ਆਪਾਂ ਨੀਚੇ ਡਿਸਕਸ ਕਰਾਂਗੇ। ਫਿਰ ਸਾਡੇ ਕੋਲ ਆ ਗਿਆ ਵਟ ਇਜ਼ ਅ ਨਾਨ ਪਰਫਾਰਮਿੰਗ ਐਸੈਟ। ਤੇ ਆਪਾਂ ਜਿਵੇਂ ਗੱਲ ਕਰ ਰਹੇ ਸੀ ਪ੍ਰੋਵੀਜ਼ਨਿੰਗ ਦੀ, ਪ੍ਰੋਵੀਜ਼ਨਿੰਗ ਹੁੰਦੀ ਆ ਜੋ ਬੈਂਕ ਦੇ ਨਾਨ ਪਰਫਾਰਮਿੰਗ ਐਸੈਟਸ ਨੇ ਉਹਨਾਂ ਦੇ ਅਗੇਂਸਟ ਬੈਂਕ ਨੇ ਕੁਛ ਨਾ ਕੁਛ ਅਮਾਊਂਟ ਆਫ ਮਨੀ ਜਾਂ ਕੁਛ ਨਾ ਕੁਛ ਅਮਾਊਂਟ ਆਫ ਫੰਡਸ ਅਲੱਗ ਤੋਂ ਸੇਵ ਕਰਕੇ ਰੱਖਣੇ ਹੁੰਦੇ ਨੇ ਐਜ਼ ਅ ਸਿਕਿਉਰਿਟੀ। ਠੀਕ ਹੈ ਜੀ। ਮਤਲਬ ਕਹਿ ਲਓ 20 ਕਰੋੜ ਰੁਪਏ ਦੇ ਉਹਨਾਂ ਦੇ NPAs ਨੇ, 20 ਕਰੋੜ ਨੂੰ ਬੈਕ ਕਰਨ ਦੇ ਲਈ ਉਹਨਾਂ ਨੇ 5 ਕਰੋੜ ਰੁਪਏ ਦੀ ਪ੍ਰੋਵੀਜ਼ਨਿੰਗ ਰੱਖਣੀ ਪਈ। ਉਹ ਕੁਛ ਵੀ ਅਮਾਊਂਟ ਹੋ ਸਕਦੀ ਹੈ, ਤਾਂ ਜਿਹੜੀ 5 ਕਰੋੜ ਰੁਪਏ ਹੈ ਉਹ ਸਾਡੀ ਹੋ ਜੂਗੀ ਪ੍ਰੋਵੀਜ਼ਨਿੰਗ। 20 ਕਰੋੜ ਦੇ ਗ੍ਰੋਸ NPAs ਸੀ, ਗ੍ਰੋਸ NPA ਮਾਈਨਸ ਪ੍ਰੋਵੀਜ਼ਨਿੰਗ ਪਿੱਛੇ ਰਹਿ ਗਿਆ 15 ਕਰੋੜ, ਤਾਂ ਨੈਟ ਨਾਨ ਪਰਫਾਰਮਿੰਗ ਐਸੈਟ ਬੈਂਕ ਦੇ ਹੋ ਜਾਣਗੇ 15 ਕਰੋੜ। ਠੀਕ ਹੈ। ਉਹ ਹੋ ਗਿਆ ਨੈਟ, ਉਹ ਹੋ ਗਿਆ ਗ੍ਰੋਸ। ਦੋਨਾਂ ਦੇ ਵਿੱਚ ਡਿਫਰੈਂਸ ਕੀ ਆ? ਡਿਫਰੈਂਸ ਹੈ ਪ੍ਰੋਵੀਜ਼ਨਿੰਗ ਦਾ। ਪ੍ਰੋਵੀਜ਼ਨਿੰਗ ਇੱਕ ਅਮਾਊਂਟ ਆਫ ਫੰਡਸ ਹੁੰਦੇ ਨੇ ਜੋ ਬੈਂਕਾਂ ਨੇ ਆਪਣੇ ਕੋਲੇ ਐਜ਼ ਅ ਰਿਜ਼ਰਵ ਰੱਖਣਾ ਹੁੰਦਾ ਆਪਣੇ NPAs ਨੂੰ, ਇਹ ਕਹਿ ਲਓ ਬੈਕਅਪ ਦੇ ਫਾਰਮ ਦੇ ਵਿੱਚ, ਵੀ NPAs ਦੇ ਅਗੇਂਸਟ ਇੱਕ ਬੈਕਅਪ ਰੱਖਣ ਦੇ ਲਈ ਪ੍ਰੋਵੀਜ਼ਨਿੰਗ ਦੀ ਇੱਕ ਫੈਸਿਲਿਟੀ ਉਹਨਾਂ ਨੂੰ ਪ੍ਰੋਵੀਜ਼ਨਿੰਗ ਦੀ ਫਾਰਮ ਦੇ ਵਿੱਚ ਕੁਝ ਫੰਡਸ ਮੇਨਟੇਨ ਕਰਨੇ ਪੈਂਦੇ ਨੇ। ਠੀਕ ਹੈ। ਤੇ ਇਹਨਾਂ ਦੋਨਾਂ ਦੇ ਬਸ ਦੋਨਾਂ ਦੇ ਵਿੱਚ ਜੋ ਡਿਫਰੈਂਸ ਆ ਗ੍ਰੋਸ ਤੇ NPA ਤੇ ਨੈਟ NPAs ਦੇ ਵਿੱਚ, ਉਹ ਹੈ ਸਿਰਫ ਪ੍ਰੋਵੀਜ਼ਨਿੰਗ ਦਾ। ਪ੍ਰੋਵੀਜ਼ਨਿੰਗ ਨੈਟ ਨਾਨ ਪਰਫਾਰਮਿੰਗ ਐਸੈਟਸ ਦੇ ਵਿੱਚ ਇਨਕਲੂਡਡ ਨਹੀਂ ਹੁੰਦੀ, ਗ੍ਰੋਸ ਨਾਨ ਪਰਫਾਰਮਿੰਗ ਐਸੈਟਸ ਦੇ ਵਿੱਚ ਪ੍ਰੋਵੀਜ਼ਨਿੰਗ ਇਨਕਲੂਡਡ ਹੁੰਦੀ ਹੈ। ਫਿਰ ਆਪਾਂ ਗੱਲ ਕਰੀਏ ਨਾਨ ਪਰਫਾਰਮਿੰਗ ਐਸੈਟ ਦੀ। ਐਨ ਐਸੈਟ ਬਿਕਮਸ ਨਾਨ ਪਰਫਾਰਮਿੰਗ ਵੈਨ ਇਟ ਸੀਜ਼ਸ ਟੂ ਜਨਰੇਟ ਇਨਕਮ ਫॉर ਦ ਬੈਂਕ। In technical terms, NPA refers to a loan that has been defaulted, which means the principal or the interest payment of which remained overdue for a period of 90 days। ਮਤਲਬ ਬੈਂਕ ਨੇ ਕਿਸੇ ਨੂੰ ਲੋਨ ਦਿੱਤਾ ਤੇ ਉਹਦੇ ਤੇ 90 ਦਿਨਾਂ ਦੇ ਵਿੱਚ ਨਾ ਤਾਂ ਜੋ ਉਹਦਾ ਇੰਟਰਸਟ ਰਿਕੁਆਇਰਡ ਸੀ, ਨਾ ਤਾਂ ਬੋਰੋਅਰ ਨੇ ਇੰਟਰਸਟ ਪੇ ਕੀਤਾ, ਜਾਂ ਫਿਰ ਕਹਿ ਲਓ ਇੰਟਰਸਟ ਪੇ ਕਰਤਾ ਬਟ ਜਦੋਂ ਉਹਨੇ ਪ੍ਰਿੰਸੀਪਲ ਰੀਪੇ ਕਰਨਾ ਸੀ ਪ੍ਰਿੰਸੀਪਲ ਨਹੀਂ ਰੀਪੇ ਹੋ ਰਿਹਾ ਉਹਦੇ ਤੋਂ। ਠੀਕ ਹੈ। ਤਾਂ ਵੀ ਉਹ ਨਾਨ ਪਰਫਾਰਮਿੰਗ ਐਸੈਟ ਹੋਊਗਾ। ਜਾਂ ਫਿਰ ਜੇ 90 ਦਿਨਾਂ ਵਾਲਾ ਜਿਹੜਾ ਪੀਰੀਅਡ ਆ ਉਹ ਤੋਂ ਜ਼ਿਆਦਾ ਪੀਰੀਅਡ ਲੰਘ ਜੇ ਜਿਹਦੇ 'ਚ ਉਹ ਆਪਣਾ ਇੰਟਰਸਟ ਪੇ ਨਹੀਂ ਕਰ ਰਿਹਾ,
ਤਾਂ ਉਹਨੂੰ ਵੀ ਅਸੀਂ ਨॉन परफॉर्मिंग एसेट ਦੀ ਕੈਟਾਗਰੀ 'ਚ ਰੱਖ ਲੈਂਦੇ ਹਾਂ। ਠੀਕ ਹੈ ਜੀ, ਇਹ ਹੋ ਗਿਆ NPA। ਦੈਨ NPAs ਆਰ ਫਰਦਰ ਕਲਾਸੀਫਾਈਡ ਇਨਟੂ ਫੋਲੋਇੰਗ 3 ਕੈਟਾਗਰੀਜ਼। ਇਹਦੀ ਅੱਗੇ 3 ਕੈਟਾਗਰੀਜ਼ ਨੇ, ਕਿਹੜੀਆਂ ਨੇ ਜੀ? वन इज सब स्टैंडर्ड NPAs, मतलब ਜਿਹੜੇ ਐਸੈਟਸ ਜਾਂ ਜਿਹੜੇ ਲੋਨਸ ਨੇ ਜਿਹੜੇ ਉਹ NPA ਕੈਟਾਗਰੀ ਦੇ ਵਿੱਚ ਰਹਿ ਗਏ ਅਪ ਟੂ ਦ ਪੀਰੀਅਡ ਆਫ 18 ਮੰਥਸ, 18 ਮਹੀਨਿਆਂ ਤੱਕ ਮੈਕਸਿਮਮ, ਜਾਂ 18 ਤੋਂ ਘੱਟ ਜਾਂ 18 ਮਹੀਨਿਆਂ ਤੱਕ ਜਿਹੜੇ ਐਸੈਟਸ ਨੇ, ਜਿਹੜੇ ਲੋਨਸ ਨੇ ਉਹ NPA ਕੈਟਾਗਰੀ ਦੇ ਅੰਡਰ ਰਹਿ ਗਏ, ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਸਬ ਸਟੈਂਡਰਡ ਐਸੈਟਸ। ਕੀ ਕਹਿੰਦੇ ਜੀ? ਸਬ ਸਟੈਂਡਰਡ ਐਸੈਟਸ ਆਰ ਦੋਜ਼ ਕਲਾਸੀਫਾਈਡ ਐਜ਼ ਐਨ NPA for a period of less than or equal to 18 months। फिर अपने को आ गए डाउटफुल एसेट्स। डाउटफुल एसेट वो ने ਜਿਹੜੇ 18 ਮਹੀਨਿਆਂ ਦੇ ਪੀਰੀਅਡ ਤੋਂ ਬਿਯੋਂਡ NPAs ਰਹਿ ਗਏ, are those that have been in non performing category for a period exceeding 18 months। 18 ਮਹੀਨਿਆਂ ਦੇ ਪੀਰੀਅਡ ਤੋਂ ਜ਼ਿਆਦਾ ਜਿਹੜੇ NPA ਦੀ ਕੈਟਾਗਰੀ 'ਚ ਰਹਿ ਗਏ ਉਹਨਾਂ ਨੂੰ ਕਹਿੰਦੇ ਨੇ ਡਾਊਟਫੁਲ ਐਸੈਟਸ। ਜਿਹੜੇ ਅਪ ਟੂ ਦ ਪੀਰੀਅਡ ਆਫ 18 ਮੰਥਸ NPA ਰਹੇ ਨੇ ਉਹਨਾਂ ਨੂੰ ਕਹਿੰਦੇ ਨੇ ਸਬ ਸਟੈਂਡਰਡ ਐਸੈਟਸ। फिर अपने को आ गया लॉस एसेट्स। लॉस एसेट्स वो एसेट्स ने बैंक के जिन्होंने बैंक ने कह लो या बैंक के ऑडिटर्स ने लॉस डिकलेयर करता, मतलब वो डिकलेयर करता कि घाटा बैंक नूं घाटा पै गया, इन्ने पैसों का, इन्ना उन्होंने लोन दिता सी वो वापस नहीं आया तो हुण लॉस आ, ये बैंक नूं घाटा पै गया। बट ध्यान रखियो इन्हों कंप्लीटली रिटन ऑफ नहीं किया जाता बैंक के अकाउंट्स के विचों। बैंक दी जो बैंक के अकाउंट बुक्स ने उन्होंने इन्हों रखा जाता, बिकॉज इन्हों लॉस तो डिकलेयर करता बट इन्हों के कुछ ना कुछ रिकवरी होने की उम्मीद है हले। ठीक है, मतलब पूरी तरह खत्म नहीं हुई। जो पूरी तरह खत्म हो गए उन्होंने कहते हैं राइट ऑफ्स, जोड़े होंगे ने राइट ऑफ्स या रिटन ऑफ कह लो, ये वो लोन होंगे ने जोड़े बैंक ने दिते सी बट हुण बैंक्स ने उन्होंने अपनिया बैंक बुक्स के विचों अपने अकाउंट्स के विचों रिमूव करता क्योंकि वो वापस नहीं आने, रिकवर नहीं होने। बट जोड़े लोन ਜਿਹੜੇ ਡਾਊਟਫੁਲ ਐਸੈਟਸ ਦੀ ਕੈਟਾਗਰੀ ਤੋਂ ਬਿਯੋਂਡ ਚਲੇ ਗਏ ਬਟ ਉਹਨਾਂ ਦੇ ਰਿਕਵਰ ਹੋਣ ਦੀ, ਆਲਦੋ ਕੰਪਲੀਟ ਅਮਾਊਂਟ ਰਿਕਵਰ ਹੋਣ ਦੀ ਉਮੀਦ ਨਹੀਂ ਹੈ ਵੀ 100 ਕਰੋੜ ਦਾ ਲੋਨ ਦਿੱਤਾ ਸੀ, ਉਹਨਾਂ ਨੂੰ ਉਮੀਦ ਹੈ ਕਿ ਸ਼ਾਇਦ ਹੋ ਸਕਦਾ 10-15 ਕਰੋੜ ਵਾਪਸ ਆ ਜੇ। 100 ਨਹੀਂ ਆ ਰਿਹਾ, 10-15 ਕਰੋੜ ਵਾਪਸ ਆ ਰਹੇ ਆ ਬਟ ਉਹ ਡਾਊਟਫੁਲ ਐਸੈਟਸ ਤੋਂ ਗਾਹਾਂ ਦਾ ਜੋ ਕੰਡੀਸ਼ਨ ਸੀ ਉਹਨਾਂ ਨੂੰ ਬਰੀਚ ਕਰਕੇ ਉਹ ਤੋਂ ਗਾਹਾਂ ਲੰਘੇ ਤਾਂ ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਲੌਸ ਐਸੈਟਸ। ਮਤਲਬ ਉਹਨਾਂ ਨੂੰ ਬੈਂਕ ਲੌਸ ਡਿਕਲੇਅਰ ਕਰ ਦਿੰਦੀ ਹੈ ਬਟ ਉਹਨਾਂ ਨੂੰ ਕੰਪਲੀਟਲੀ ਰਿਟਨ ਆਫ ਨਹੀਂ ਕੀਤਾ ਜਾਂਦਾ ਬਿਕੋਜ਼ ਉਹਨਾਂ ਦੇ ਵਿੱਚੋਂ ਕੁਛ ਨਾ ਕੁਛ ਅਮਾਊਂਟ ਰਿਕਵਰ ਹੋਣ ਦੀ ਉਮੀਦ ਹੁੰਦੀ ਹੈ। ਇਹ ਹੋ ਗਏ ਲੌਸ ਐਸੈਟਸ ਦੇ 3 ਕੈਟਾਗਰੀਜ਼ ਨੇ NPAs ਦੀਆਂ, ਨॉन परफॉर्मिंग ਐਸੈਟਸ ਦੀਆਂ। ਠੀਕ ਹੈ ਜੀ, ਤੇ ਜਿਵੇਂ ਜਿਵੇਂ ਆਪਾਂ ਨੀਚੇ ਜਾਈ ਜਾਵਾਂਗੇ ਉਵੇਂ ਉਵੇਂ ਇਹਨਾਂ ਦੀ ਜੋ ਰਿਕਵਰੀ ਦੇ ਚਾਂਸਸ ਨੇ ਜਾਂ ਕਹਿ ਲਓ ਵੀ ਰਿਕਵਰ ਹੋਣ ਦੀ ਜਾਂ ਕਿੰਨੀ ਅਮਾਊਂਟ ਰਿਕਵਰ ਹੋਊ ਉਹ ਘਟੀ ਜਾਣੀ ਹੈ। ਮਤਲਬ ਉਹਨਾਂ ਬੈਂਕ ਨੂੰ ਜ਼ਿਆਦਾ ਜਿਹੜੀ ਨੁਕਸਾਨ ਹੋਣ ਦੇ ਚਾਂਸਸ ਵਧੀ ਜਾਂਦੇ ਨੇ ਜਿਵੇਂ ਜਿਵੇਂ ਕੈਟਾਗਰੀਜ਼ ਨੀਚੇ ਜਾਈ ਜਾਂਦੀਆਂ ਨੇ। ਤੇ ਅੱਜ ਦਾ ਸਾਡਾ ਜੋ ਲਾਸਟ ਟੌਪਿਕ ਹੈ ਦੈਟ ਇਜ਼ ਜਨ ਵਿਸ਼ਵਾਸ ਅਮੈਂਡਮੈਂਟ ਪ੍ਰੋਵੀਜ਼ਨਸ ਬਿੱਲ 2022। ਇਹ ਚਲੋ ਹਲੇ ਤਾਂ ਬਿੱਲ ਹੈ ਬਟ ਸਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਜਨ ਵਿਸ਼ਵਾਸ ਬਿੱਲ ਆ, ਇਹਦੀਆਂ ਪ੍ਰੋਵੀਜ਼ਨ ਮੇਨ ਕੀ ਆ। ਮੇਨਲੀ ਆਪਾਂ ਨੂੰ ਇਹ ਮੇਨਲੀ ਹੈਗਾ ਡੀਕ੍ਰਿਮੀਨਲਾਈਜੇਸ਼ਨ ਆਫ ਸਰਟਨ ਆਫੈਂਸਿਸ। ਕੁਛ ਆਫੈਂਸਿਸ ਨੇ ਉਹਨਾਂ ਨੂੰ ਡੀਕ੍ਰਿਮੀਨਲਾਈਜ਼ ਕਰਨ ਵਾਸਤੇ ਇੱਕ ਬਿੱਲ ਪ੍ਰਪੋਜ਼ ਕੀਤਾ ਗਿਆ ਜਿਹਦਾ ਨਾਮ ਰੱਖਿਆ ਗਿਆ ਜਨ ਵਿਸ਼ਵਾਸ Bill 2022। Why in news recently the government has tabled the Jan Vishwas Bill 2022 in Parliament recently। ਇਹ Parliament 'ਚ ਪੇਸ਼ ਕੀਤਾ ਗਿਆ। What is it? ਕਾਹਦੇ ਲਈ ਹੈ ਜੀ ਇਹ? It is a proposed bill to decriminalize 183 offences across 42 legislations। 42 ਇਦਾਂ ਦੇ ਕਾਨੂੰਨ ਨੇ ਜਿਹਦੇ ਅੰਡਰ ਕੁਝ offences ਨੇ ਜਿਨ੍ਹਾਂ ਨੂੰ ਕ੍ਰਿਮੀਨਲ ਕੈਟਾਗਰੀ 'ਚ ਰੱਖਿਆ ਗਿਆ ਵੀ ਜੇ ਉਹ offense ਕੋਈ ਕਮਿਟ ਕਰਦਾ ਤਾਂ ਉਹਨੂੰ ਕਹਿ ਲਓ ਵੀ ਕ੍ਰਿਮੀਨਲ ਇੱਕ ਉਹਨਾਂ ਦੇ ਲਈ ਜੋ ਪਨਿਸ਼ਮੈਂਟਸ ਨੇ ਉਹ ਜਾਂ ਉਸ ਓਫੈਂਸ ਨੂੰ ਆਪਾਂ ਕ੍ਰਿਮੀਨਲ ਮੰਨਦੇ ਹਾਂ। ਠੀਕ ਹੈ, ਇੱਕ ਕ੍ਰਾਈਮ ਮੰਨਦੇ ਹਾਂ ਤਾਂ ਉਹਨਾਂ ਲਈ ਜੋ ਪਨਿਸ਼ਮੈਂਟਸ ਨੇ ਉਹ ਵੀ ਹਾਰਸ਼ ਹੋਣਗੀਆਂ। ਸੋ ਉਸ ਚੀਜ਼ ਨੂੰ ਤੇ ਹੁਣ ਜੋ ਕਹਿ ਲਓ ਵੀ ਜਿਵੇਂ ਜਿਵੇਂ ਟਾਈਮ ਪੀਰੀਅਡ ਚੇਂਜ ਹੋ ਜਾਂਦੇ ਨੇ ਉਹ ਜ਼ਰੂਰ ਕਾਫੀ ਜਿਵੇਂ ਕਹਿ ਲਓ ਪੁਰਾਣੇ ਟਾਈਮਸ ਦੇ ਜਾਂ ਕੁਛ ਉਹਨਾਂ ਦੇ ਵਿੱਚੋਂ ਬ੍ਰਿਟਿਸ਼ ਏਰਾ ਲਾਜ਼ ਹੋਣਗੇ ਜੋ ਸ਼ਾਇਦ ਸਾਨੂੰ ਲੱਗਦਾ ਕਿ ਅੱਜ ਉਹਨਾਂ ਨੂੰ ਡੀਕ੍ਰਿਮੀਨਲਾਈਜ਼ ਕਰ ਦੇਣਾ ਚਾਹੀਦਾ ਅੱਜ ਦੀ ਸੋਸਾਇਟੀ ਦੇ ਅਕੋਰਡਿੰਗ, ਜਾਂ ਉਹ ਜਿਹੜੇ ਲਾਜ਼ ਨੇ ਜਾਂ ਉਹ ਜਿਹੜੇ ਓਫੈਂਸਿਸ ਨੇ ਉਹ ਜ਼ਿਆਦਾ ਮੈਟਰ ਨਹੀਂ ਕਰਦੇ ਹੁਣ ਤਾਂ ਉਹਨਾਂ ਨੂੰ ਡੀਕ੍ਰਿਮੀਨਲਾਈਜ਼ ਉਹਨਾਂ ਦੇ ਅੰਡਰ ਜੋ ਪਨਿਸ਼ਮੈਂਟਸ ਨੇ ਉਹਨਾਂ ਦੀ ਕੈਟੇਗਰੀ ਉਹਨਾਂ ਦੀ ਜੋ ਪਨਿਸ਼ਮੈਂਟਸ ਦਾ ਜੋ ਕਰੈਕਟਰ ਆ ਉਹਨੂੰ ਚੇਂਜ ਕਰਕੇ ਉਹਨਾਂ ਨੂੰ ਲੈਸ ਸੀਵੀਅਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਆ। Decriminalize 183 offences across 42 legislations so as to enhance the ease of living and doing business in India। ਕਿਉਂਕਿ ਇਹਨਾਂ offences ਕਰਕੇ ਉਹਨਾਂ ਨੂੰ ਕ੍ਰਿਮੀਨਲ ਕੈਟੇਗਰੀ 'ਚ ਰੱਖਿਆ ਗਿਆ, ਉਹਨਾਂ ਨੂੰ ਕ੍ਰਾਈਮ ਮੰਨਿਆ ਜਾ ਰਿਹਾ ਜਿਹਦੇ ਨਾਲ ਕੀ ਆ
ਇਹ ਕਹਿ ਲਓ ਵੀ ਈਜ਼ ਆਫ ਬਿਜ਼ਨਸ 'ਤੇ ਵੀ ਇਫੈਕਟ ਪੈ ਰਿਹਾ, ਕਿਉਂਕਿ ਉਹ ਛੋਟੇ-ਮੋਟੇ ਕ੍ਰਾਈਮ ਛੋਟੇ-ਮੋਟੇ ਅਫੈਂਸਿਸ ਨੇ, ਬਟ ਉਹਨਾਂ ਦੇ ਲਈ ਪਨਿਸ਼ਮੈਂਟ ਜ਼ਿਆਦਾ ਗਈ, ਜਿਹਦੇ ਕਰਕੇ ਬਿਜ਼ਨਸ 'ਤੇ ਵੀ ਸਾਡੀ ਜੋ ਕੰਮ ਕਰ ਰਹੇ ਨੇ ਹੈ ਨਾ, ਜੋ ਸਾਡੀ ਇਕੋਨਮੀ ਦੇ ਵਿੱਚ ਜੋ ਬਿਜ਼ਨਸਿਸ ਨੇ, ਬਿਜ਼ਨਸ ਹਾਊਸਿਸ ਨੇ, ਉਹਨਾਂ ਦੇ ਉੱਪਰ ਵੀ ਉਹਦਾ ਨੈਗੇਟਿਵ ਇੰਪੈਕਟ ਪੈ ਰਿਹਾ, ਪਲੱਸ ਲਿਵਿੰਗ 'ਤੇ ਸਾਡੀ ਜੋ ਈਜ਼ ਆਫ ਲਿਵਿੰਗ ਆ ਉਹਦੇ 'ਤੇ ਵੀ ਅਸਰ ਹੋ ਰਿਹਾ, ਬਿਕੋਜ਼ ਉਹ ਅਫੈਂਸ ਉਨੇ ਜ਼ਿਆਦਾ ਸੀਵੀਅਰ ਨਹੀਂ ਆ ਜਿੰਨਾ ਉਹਨਾਂ ਨੂੰ ਪਨਿਸ਼ਮੈਂਟ ਦਿੱਤੀ, ਜਿੰਨੀ ਸੀਵੀਅਰ ਉਹਨਾਂ ਲਈ ਪਨਿਸ਼ਮੈਂਟ ਆ ਜਾਂ ਉਹਨਾਂ ਨੂੰ, ਕਿਉਂਕਿ ਜਿਸ ਕੈਟੇਗਰੀ 'ਚ ਰੱਖਿਆ ਗਿਆ ਉਹ ਰੱਖਿਆ ਗਿਆ ਉਹਨਾਂ ਨੂੰ ਕ੍ਰਾਈਮਸ ਦੀ ਕੈਟੇਗਰੀ ਦੇ ਵਿੱਚ। ਸੋ ਹੁਣ ਉਹਨਾਂ ਨੂੰ ਡੀਕ੍ਰਿਮੀਨਲਾਈਜ਼ ਕਰਨ ਦੇ ਲਈ ਜਨ ਵਿਸ਼ਵਾਸ ਬਿੱਲ ਲਿਆਂਦਾ ਗਿਆ। ਵਾਈ ਇਟ ਇਜ਼ ਰਿਕੁਆਇਰਡ, ਚਾਹੀਦਾ ਕਿਉਂ ਜੀ? ਰਾਈਜ਼ ਇਨ ਕ੍ਰਿਮੀਨਲ ਕੇਸਿਸ, ਬਿਕੋਜ਼ ਕ੍ਰਿਮੀਨਲ ਕੇਸਿਸ ਦਾ ਨੰਬਰ ਵੱਧ ਰਿਹਾ, ਆਲਦੋ ਅਫੈਂਸਿਸ ਉਹਨੇ ਸੀਵੀਅਰ ਨਹੀਂ ਹੈ, ਬਟ ਉਹਨਾਂ ਨੂੰ ਉਸ ਕੈਟੇਗਰੀ 'ਚ ਰੱਖਿਆ ਗਿਆ ਜਿਹਦੇ ਕਰਕੇ ਕ੍ਰਿਮੀਨਲ ਕੇਸਿਸ ਦਾ ਨੰਬਰ ਵੱਧ ਰਿਹਾ। ਦੈਨ ਪੋਲੀਟੀਕਲੀ ਮਿਸਯੂਜ਼ ਹੋ ਰਹੇ ਨੇ, ਉਹ ਜੋ ਪ੍ਰੋਵੀਜ਼ਨਸ ਨੇ ਉਹਨਾਂ ਨੂੰ ਪੋਲੀਟੀਕਲੀ ਮਿਸਯੂਜ਼ ਕੀਤਾ ਜਾ ਰਿਹਾ ਆਪਣੇ ਓਪੋਨੈਂਟਸ ਦੇ, ਆਪਣੇ ਹੈ ਨਾ ਜੋ ਉਹਨਾਂ ਨੂੰ ਕ੍ਰਿਟੀਸਾਈਜ਼ ਕਰਦੇ ਨੇ ਉਹਨਾਂ ਦੇ ਖਿਲਾਫ। ਦੈਨ ਓਵਰ ਕਰਾਊਡਿੰਗ ਆਫ ਪ੍ਰਿਜ਼ਨਸ, ਸਾਡੀਆਂ ਪ੍ਰਿਜ਼ਨਸ ਪਹਿਲਾਂ ਹੀ, ਸਾਡੀਆਂ ਜੋ ਪ੍ਰਿਜ਼ਨਸ ਨੇ ਪਹਿਲਾਂ ਹੀ ਬਹੁਤ ਜ਼ਿਆਦਾ ਓਵਰ ਕਰਾਊਡਡ ਨੇ। ਰਿਕੁਆਇਰਡ ਜੋ ਉਹਨਾਂ ਦੀਆਂ ਕਹਿ ਲਓ ਮੈਕਸੀਮਮ ਉਹਨਾਂ ਦੀ ਹੋਲਡਿੰਗ ਕਪੈਸਿਟੀ ਆ ਪ੍ਰਿਜ਼ਨਰਸ ਨੂੰ ਹੋਲਡ ਕਰਨ ਦੀ, ਉਹਦੇ ਤੋਂ ਅਰਾਊਂਡ 150%, ਜਿਵੇਂ ਕਹਿ ਲਓ ਜੇ 100 ਪ੍ਰਿਜ਼ਨਰਸ ਨੂੰ ਹੋਲਡ ਕਰਨ ਦੀ ਕਪੈਸਿਟੀ ਆ, ਅਰਾਊਂਡ 150 to 200 ਸਾਡੇ ਪ੍ਰਿਜ਼ਨਰਸ ਸਾਡੀਆਂ ਜੇਲ੍ਹਾਂ ਦੇ ਵਿੱਚ ਹੈ। ਜਦੋਂ ਆਪਾਂ ਔਨ ਐਨ ਐਵਰੇਜ ਗੱਲ ਕਰਦੇ ਹਾਂ, ਇੰਨੇ ਜ਼ਿਆਦਾ ਉੱਥੇ ਕਰਾਊਡਿੰਗ ਹੋ ਰਹੀ ਹੈ ਨਾ, ਇੰਨੇ ਜ਼ਿਆਦਾ ਸਾਡੇ ਉਹਨਾਂ ਨੂੰ ਅਸੀਂ ਇੰਪ੍ਰਿਜ਼ਨਮੈਂਟ ਦੇ ਰਹੇ ਹਾਂ। ਸੋ ਉਸ ਚੀਜ਼ ਨੂੰ ਘਟਾਉਣ ਦੇ ਲਈ ਵੀ ਕਹਿ ਲਓ ਇਹ ਸਾਨੂੰ ਰਿਕੁਆਇਰਡ ਹੈ, ਜਿਹਦੇ ਕਰਕੇ ਬਿੱਲ ਲਿਆਂਦਾ ਗਿਆ। ਹਾਲੇ ਇਹਦੇ 'ਤੇ ਪ੍ਰੋਪਰ ਡਿਸਕਸ਼ਨ ਹੋਣੀ ਆ, ਦੈਨ ਐਕਟ ਬਣੂਗਾ ਕਿ ਨਹੀਂ ਬਣੂਗਾ ਬਾਅਦ ਦੀ ਗੱਲ ਆ, ਬਟ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਨ ਵਿਸ਼ਵਾਸ ਬਿੱਲ ਮੇਨਲੀ ਕਾਹਦੀ ਗੱਲ ਕਰਦਾ? ਇਹ ਗੱਲ ਕਰਦਾ ਜੀ ਡੀਕ੍ਰਿਮੀਨਲਾਈਜੇਸ਼ਨ ਕਰਨ ਵਾਸਤੇ ਆਫ ਸਰਟਨ ਅਫੈਂਸਿਸ। ਸੋ ਇਹ ਸਾਡਾ ਅੱਜ ਦੀ ਕਲਾਸ ਦੇ ਟੌਪਿਕ ਸੀ, ਤੇ ਕੱਲ੍ਹ ਨੂੰ ਸਾਡੇ ਜੋ ਨੈਕਸਟ ਇੰਪੋਰਟੈਂਟ ਟੌਪਿਕਸ ਹੋਣਗੇ ਸਾਡੇ ਕਰੰਟ ਅਫੇਅਰਸ ਦੇ ਵਿੱਚ, ਉਹਨਾਂ ਨੂੰ ਆਪਾਂ ਡਿਸਕਸ ਕਰਾਂਗੇ। ਸੋ ਥੈਂਕ ਯੂ ਵੈਰੀ ਮਚ।